सत श्री अकाल जी। दा खालस टीवी देखने वाले देश दुनिया के साडे सारे दर्शकों का बहुत बहुत स्वागत है। पंजाब दीयां खास खबरां दे खास बुलेटिन दे नाल मैं हरशरण कौर। अज 9 जून है, दिन वीरवार है। खबरां दे इस खास बुलेटिन दे विच तुहानूं सारियां वड्डियां ताज़ा ते अहम खबरां दस्सांगे। खबरां तो पहलां उस महान सूरबीर योद्धे दी शहीदी नूं कोटान कोट प्रणाम करांगे जिन्हां ने इस धरती दे उत्ते पहला सिख राज कायम कीता सी अते उस सिख राज दे पहले बादशाह बने सन। शहीद बाबा बंदा सिंह बहादुर दा अज शहीदी दिहाड़ा है। अज दे दिन 1716 दे विच दिल्ली दे महरौली दे विच बाबा बंदा सिंह बहादुर नूं शहीद कीता गया सी। गिरफ्तारी तो बाद पहला बाबा बंदा सिंह बहादुर नूं इस्लाम धारण करन दी पेशकश की गई। उन्होंने पंजाब तो दिल्ली जिस तरीके दे नाल लिआंदा गया वो भी तुसी सारिਆਂ ने सुनिया होना कि पिंजरे दे विच बंद करके एक शेर दे वांगू बाबा बंदा सिंह नूं दिल्ली लिआंदा गया। उन्हां दे नाल उन्हां दे पुत्र अजय सिंह भी सन। जदों इस्लाम कबूल करन तो इनकार कर दिता ਤਾਂ ਪਹਿਲਾਂ ਉਹਨਾਂ ਦੇ ਨਿੱਕੇ ਬੱਚੇ ਦਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕਤਲ ਕੀਤਾ ਗਿਆ। ਮਾਸੂਮ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਪਾਇਆ ਗਿਆ। ਫਿਰ ਬਾਬਾ ਬੰਦਾ ਸਿੰਘ ਜੀ ਦੀਆਂ ਦੋਵੇਂ ਅੱਖਾਂ ਨੂੰ ਕੱਢਿਆ ਗਿਆ, ਪੈਰਾਂ ਨੂੰ ਵੱਢਿਆ ਗਿਆ ਤੇ ਜੰਬੂਰਾਂ ਦੇ ਨਾਲ ਮਾਸ ਨੋਚ-ਨੋਚ ਕੇ ਅਕਹਿ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਨਾਲ ਸੈਂਕੜੇ ਸਿੰਘਾਂ ਨੂੰ ਵੀ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਕਸੂਰ ਸਿਰਫ ਇੰਨਾ ਸੀ ਕਿ ਉਹਨਾਂ ਨੇ ਪਹਿਲਾ ਸਿੱਖ ਰਾਜ ਕਾਇਮ ਕੀਤਾ ਸੀ। ਬੰਦਾ ਸਿੰਘ ਦੇ ਰਾਜ ਦੇ ਵਿੱਚ ਕਿਸੇ ਵੀ ਧਰਮ ਦੇ ਵਿਅਕਤੀ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਸਾਰੇ ਸੁਖੀ ਵਸਦੇ ਸਨ। ਉਹਨਾਂ ਨੇ ਆਪਣੇ ਰਾਜ ਦੇ ਵਿੱਚ ਕ੍ਰਾਂਤੀਕਾਰੀ ਸੁਧਾਰ ਕੀਤੇ ਸਨ। ਵਾਹੀਯੋਗ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਭਾਰਤ ਦਾ ਪਹਿਲਾ ਅਜਿਹਾ ਬਾਦਸ਼ਾਹ ਹੋਇਆ ਸੀ ਜਿਸ ਨੇ ਜਗੀਰਦਾਰੀ ਸਿਸਟਮ ਨੂੰ ਖਤਮ ਕਰਨ ਦਾ ਹੀਆ ਕੀਤਾ ਸੀ। ਉਸ ਮਿਸਾਲੀ ਸਿੱਖ ਰਾਜ ਕਾਇਮ ਕਰਨ ਵਾਲੇ ਬਾਦਸ਼ਾਹ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਤੇ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਜਗਦੇਵ ਕਲਾਂ ਰਿਹਾਇਸ਼ ਤੇ ਵੱਡੀ ਰੈਲੀ ਕੀਤੀ ਜਾਵੇਗੀ। ਵੱਖ-ਵੱਖ ਮੰਗਾਂ ਨੂੰ ਲੈ ਕੇ ਇਹ ਰੈਲੀ ਮੰਤਰੀ ਦੀ ਕੋਠੀ ਦੇ ਬਾਹਰ ਕੀਤੀ ਜਾਣੀ ਹੈ। ਦੁਪਹਿਰੇ 12 ਵਜੇ ਦੇ ਕਰੀਬ ਇੱਥੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ। ਇਹਨਾਂ ਦੀ ਇੱਕ ਮੰਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਜੂਨ ਵਿੱਚ ਹੋ ਰਹੇ ਵਿਧਾਨ ਸਭਾ ਇਜਲਾਸ ਵਿੱਚ ਕਾਨੂੰਨ ਲਿਆਂਦਾ ਜਾਵੇ, ਯਾਨੀ ਕਿ ਜਿਹੜਾ ਆਉਂਦਾ ਬਜਟ ਸੈਸ਼ਨ ਹੈ ਉਸ ਕਾਨੂੰਨ ਦੇ ਤਹਿਤ ਪੰਜਾਬ ਦੇ ਹਰ ਕਿਸਮ ਦੇ ਆਬਾਦਕਾਰ ਨੂੰ ਮਾਲਕੀ ਹੱਕ ਦਿੱਤੇ ਜਾਣ। ਆਬਾਦਕਾਰਾਂ ਨੇ 1947 ਤੋਂ ਬਾਅਦ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ 15,000 ਏਕੜ ਤੋਂ ਵੱਧ ਆਬਾਦਕਾਰਾਂ ਨੇ 80 ਦੇ ਦਹਾਕੇ ਤੋਂ ਬਾਅਦ ਬੇਲੇ ਪੁੱਟ ਕੇ ਆਬਾਦ ਕੀਤੀ ਸੀ ਜ਼ਮੀਨ, ਜਿਸ ਦਾ ਹਾਲੇ ਤੱਕ ਉਹਨਾਂ ਨੂੰ ਮਾਲਕ ਨਹੀਂ ਬਣਾਇਆ ਗਿਆ। ਇਸ ਲਈ 5 ਜਾਂ 10,000 ਥੋੜੀ ਜਿਹੀ ਰਕਮ ਲੈ ਕੇ ਪੰਜਾਬ ਸਰਕਾਰ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਵੇ। ਯਾਨੀ ਕਿ ਅੱਜ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਰਾਜ ਦੇ ਵਿੱਚ ਜੋ ਕਾਨੂੰਨ ਬਣਾਏ ਗਏ ਸੀ ਉਹਨਾਂ ਕਾਨੂੰਨਾਂ ਨੂੰ ਦੁਹਰਾਉਣ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜ਼ਮੀਨ ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਪੰਚਾਇਤੀ ਜ਼ਮੀਨਾਂ ਜਿਹੜੇ ਲੋਕਾਂ ਨੇ ਦੱਬ ਰੱਖੀਆਂ ਨੇ ਉਹਨਾਂ ਨੂੰ ਛੁਡਵਾਇਆ ਜਾ ਰਿਹਾ ਹੈ। ਤੇ ਉਹਦੇ ਤਹਿਤ ਜਿਹੜੀਆਂ ਛੋਟੀਆਂ ਜ਼ਮੀਨਾਂ ਵਾਲੇ ਕਿਸਾਨ ਨੇ, ਛੋਟੇ ਕਿਸਾਨ ਨੇ, ਉਹਨਾਂ ਤੇ ਵੀ ਗਾਜ ਡਿੱਗ ਰਹੀ ਹੈ। ਨਹਿਰੀ ਪਾਣੀ ਹੇਠ ਵੱਧ ਤੋਂ ਵੱਧ ਸਿੰਚਾਈ ਦਾ ਖੇਤਰ ਲਿਆਂਦਾ ਜਾਵੇ। ਜ਼ਮੀਨ ਹੇਠਲਾ ਪਾਣੀ ਬਚਾਉਣ ਦੇ ਲਈ ਝੋਨੇ ਤੋਂ ਇਲਾਵਾ ਮਾਂ, ਮੂੰਗੀ, ਮੱਕੀ, ਬਾਜਰਾ, ਗਵਾਰ, ਅਰਹਰ, ਛੋਲੇ, ਤਿਲ, ਤੋਰੀਆ, ਸਰੋਂ, ਸੂਰਜਮੁਖੀ, ਬਾਸਮਤੀ, ਸੋਇਆਬੀਨ, ਕਪਾਹ ਆਦਿ ਫਸਲਾਂ ਦੇ ਰੇਟ ਡਾਕਟਰ ਸਵਾਮੀਨਾਥਨ ਕਮਿਸ਼ਨ ਰਿਪੋਰਟ ਦੇ ਮੁਤਾਬਿਕ C2+ 50% ਮੁਨਾਫਾ ਜੋੜ ਕੇ ਦਿੱਤੇ ਜਾਣ। ਇਸੇ ਤਰ੍ਹਾਂ ਹੋਰ ਵੀ ਕਈ ਮੰਗਾਂ ਨੇ ਜਿਹੜੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਮੰਗੀਆਂ ਜਾ ਰਹੀਆਂ ਨੇ। ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਜੀ। ਅੱਜ ਅਸੀਂ ਕੁਲਦੀਪ ਸਿੰਘ ਜੀ ਢਾਲੀਵਾਲ ਪੰਜਾਬ ਦੇ ਕੈਬਨਿਟ ਮਿਨਿਸਟਰ ਦੇ ਘਰ ਦੇ ਅੱਗੇ ਬਹੁਤ ਵੱਡਾ ਇਕੱਠ ਕਰਾਂਗੇ। ਇਸ ਇਕੱਠ ਦਾ ਮਨੋਰਥ 1947 ਜਾਂ ਉਦੋਂ ਬਾਅਦ ਜੰਗਲ ਵੇਲੇ ਆਬਾਦ ਕਰਕੇ ਜਿਹੜੇ ਆਬਾਦਕਾਰ ਕਿਸਾਨ ਆ ਉਹਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਦੀ ਮੰਗ ਕਰਾਂਗੇ। ਇਹਦੇ ਨਾਲ ਅਸੀਂ ਅੱਜ ਦਾ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਮਹਾਨ ਜਰਨੈਲ ਨੂੰ ਸਮਰਪਿਤ ਕਰਾਂਗੇ ਤੇ ਵਿਧਾਨ ਸਭਾ 'ਚ ਮੰਗ ਕਰਾਂਗੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦਾ ਕਾਨੂੰਨ ਲਿਆ ਕੇ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਇਹਦੇ ਨਾਲ ਦੀ ਨਾਲ ਜਿਹੜੀਆਂ ਪੰਜਾਬ ਦੀਆਂ ਜ਼ਮੀਨ ਹੇਠ ਪਾਣੀ ਆ ਉਹ ਬਹੁਤ ਘਟ ਰਿਹਾ ਹੈਗਾ, ਉਹਨੂੰ ਬਚਾਉਣ ਲਈ ਝੋਨੇ ਤੋਂ ਇਲਾਵਾ ਸਾਨੂੰ ਜਿਵੇਂ ਮੱਕੀ ਆ, ਜਿਵੇਂ ਬਾਸਮਤੀ ਆ, ਦਾਲਾਂ ਬਹੁਤ ਸਾਰੀਆਂ ਕਿਸਮਾਂ ਵਾ, ਤੇਲ ਬੀਜ ਦੀਆਂ ਬਹੁਤ ਸਾਰੀਆਂ ਕਿਸਮਾਂ, ਉਹਨਾਂ ਦੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਸਰਕਾਰ ਭਾਅ ਦੇਵੇ ਤਾਂ ਜੋ ਘੱਟ ਪਾਣੀ ਪੀਣ ਵਾਲੀਆਂ ਫਸਲਾਂ ਬੀਜ ਕੇ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ। ਇਹਦੇ ਨਾਲ ਨਹਿਰੀਕਰਨ ਦੇ ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾ ਸਕੇ।
ਪੰਜਾਬ ਦੇ ਪਿੰਡਾਂ ਦੇ ਛੱਪੜਾਂ ਦੀ ਖਲਾਈ ਕਰਕੇ ਬਰਸਾਤ ਦਾ ਪਾਣੀ ਰੀਚਾਰਜਿੰਗ ਲਈ ਵਰਤਿਆ ਜਾਵੇ। ਇਹ ਤੋਂ ਕਾ ਜਿੰਨੀਆਂ ਪੰਜਾਬ ਵਿੱਚ ਫੈਕਟਰੀਆਂ ਦਰਿਆਵਾਂ ਨੂੰ ਗੰਦਾ ਕਰ ਰਹੀਆਂ ਨੇ, ਜ਼ਮੀਨ ਹੇਠ ਪਾਣੀ ਪਾ ਰਹੀਆਂ, ਉੱਥੇ ਟਰੀਟਮੈਂਟ ਪਲਾਂਟ ਲਾ ਕੇ ਉਹਨਾਂ ਦੇ ਪਾਣੀ ਨੂੰ ਸਾਫ਼ ਕਰਕੇ ਮੁੜ ਖੇਤੀ ਲਈ ਦੇ ਹੋਰਨਾਂ ਕੰਮਾਂ ਲਈ ਵਰਤਿਆ ਜਾਵੇ। ਕੱਲ੍ਹ ਜਿਹੜਾ ਮੋਦੀ ਸਰਕਾਰ ਨੇ ਝੋਨੇ ਦੀ ਜਿਹੜੀ ਕੀਮਤ ਦੇ ਵਿੱਚ 100 ਰੁਪਈਆ ਵਾਧਾ ਕੀਤਾ, ਅਸੀਂ ਉਹਨੂੰ ਰੱਦ ਕਰਦੇ ਹਾਂ। ਇਹਦੇ ਨਾਲ ਡੀਜ਼ਲ ਦਾ ਰੇਟ ਹੀ ਪੂਰਾ ਨਹੀਂ ਹੋਣਾ। 6.7 ਦੀ ਦਰ ਨਾਲ ਸਾਡੀ ਮਹਿੰਗਾਈ ਵਧੀ ਆ, ਜਿਹੜੇ ਉੱਤੇ ਲਾਗਤ ਖਰਚੇ ਨੇ। ਔਰ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵਾ ਕਰਦੀ ਸੀ, ਉਹ ਭੱਜ ਨਿਕਲੀ ਹੈਗੀ ਆ। ਝੋਨੇ ਤੋਂ ਇਲਾਵਾ ਜਿਹੜੀਆਂ ਬਾਕੀ ਫਸਲਾਂ ਦੇ ਕੇਂਦਰ ਨੇ ਰੇਟ ਵਧਾਏ ਆ, ਉਹਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣਾ ਇੱਥੇ, ਕਿਉਂਕਿ ਖਰੀਦ ਨਹੀਂ ਕਰਦੇ ਹੈਗੇ ਬਾਕੀ ਫਸਲਾਂ ਦੀ। ਮੋਦੀ ਸਰਕਾਰ ਸਾਰੀਆਂ ਫਸਲਾਂ ਤੇ MSP ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਾਲ ਅਨੁਸਾਰ ਦੇ ਕੇ ਇੱਥੇ ਜੇ ਖਰੀਦ ਕਰੇ, ਸਾਡੇ ਮਸਲੇ ਹੱਲ ਹੋਣਗੇ। ਅੱਜ ਅਸੀਂ ਮੋਦੀ ਸਰਕਾਰ ਦੀ ਵੀ ਅਰਥੀ ਸਾੜਾਂਗੇ ਤੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਾਂਗੇ। ਧੰਨਵਾਦ। ਤੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਵੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਤੇ ਹਰੇ ਇਨਕਲਾਬ ਦੀ ਥਾਂ ਹੰਢਣਸਾਰ ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਉਸਾਰਨ ਦੇ ਲਈ ਜ਼ਿਲ੍ਹਾ ਪੱਧਰੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ ਖੇਤੀ ਮਾਡਲ ਬਦਲੋ ਲਹਿਰ ਦੀ ਸ਼ੁਰੂਆਤ ਅੱਜ ਤੋਂ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰੀ ਕਾਨਫਰੰਸਾਂ ਨੇ ਜਿਹੜੀਆਂ ਉਹ 13 ਜ਼ਿਲ੍ਹਿਆਂ ਦੇ ਵਿੱਚ ਕੀਤੀਆਂ ਜਾਣਗੀਆਂ। ਪਟਿਆਲਾ, ਸੰਗਰੂਰ, ਲੁਧਿਆਣਾ ਸਮੇਤ ਦੁਆਬੇ ਤੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ। ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਕੱਲ ਮਾਨਸਾ ਦੇ ਵਿੱਚ ਲੱਖਾਂ ਲੋਕਾਂ ਦੀ ਹਾਜ਼ਰੀ ਦੇ ਵਿੱਚ ਕੀਤੀ ਗਈ ਤੇ ਇਸ ਦਰਮਿਆਨ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ SH ਧਾਲੀਵਾਲ ਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰਮਾਈਂਡ ਹੈ ਤੇ ਇਸ ਵਕਤ ਲਾਰੈਂਸ ਬਿਸ਼ਨੋਈ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹੈ। ਧਾਲੀਵਾਲ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ ਮੂਸੇਵਾਲੇ ਦਾ ਕਤਲ ਕਰਨ ਵਾਲੇ ਕਥਿਤ ਸ਼ਾਰਪ ਸ਼ੂਟਰ ਸੰਤੋਸ਼ ਯਾਦਵ ਦੇ ਕਰੀਬੀ ਸਾਥੀ ਸਿਧੇਸ਼ ਹੀਰਾਮਨ ਕਾਮਲੇ ਉਰਫ ਮਹਾਕਾਲ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਸਿਧੇਸ਼ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕਤਲकांड ਨਾਲ ਸੰਬੰਧਿਤ 5 ਹੋਰ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿਸ ਬਾਰੇ ਹਾਲੇ ਪੁਲਿਸ ਦੇ ਵੱਲੋਂ ਜਾਣਕਾਰੀ नहीं ਦਿੱਤੀ गई। इसमें जो सबसे पहला काम हमारी टीम ने किया है, जो कि एक बड़ा वाइडली सर्कुलेटेड पिक्चर्स भी हैं मीडिया में, जो कि 8 पिक्चर्स हैं, जिसमें काफ़ी हाईलाइट हुआ है कि ये लोग अलेजेडली उस केस से इन्वॉल्व हो सकते हैं। तो ये सारा ग्राउंड वर्क भी हमारे स्पेशल सेल की टीम ने किया था, क्योंकि केस पंजाब में रजिस्टर है एंड ऑब्वियसली पंजाब पुलिस इस पे काफ़ी एक्सटेंसिव काम कर रही है। और हमारा यही इसमें मकसद रहा है कि हम भी अपनी ओर से पूरी कोशिश करें एंड इंश्योर करें कि जो भी किलर्स हैं उनको जल्द से जल्द पकड़ा जा सके। और नेचुरली जो आइडेंटिफिकेशन ऑफ किलर्स है वो सबसे पहला स्टेप है। हमारी टीम ने भी एटलीस्ट 5 लोगों का डेफिनेट जो एक है होना इस किलिंग में, उसका एस्टैब्लिश किया है। ਤੇ ਇਧਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਪੁਲਿਸ ਫੜੇ ਗਏ 8 ਮੁਲਜ਼ਮਾਂ ਤੋਂ ਲਗਾਤਾਰ ਪੁੱਛ ਪੜਤਾਲ ਕਰ ਰਹੀ ਹੈ। ਕੱਲ 3 ਜਣਿਆਂ ਸੰਦੀਪ ਕੇਕੜਾ ਤੇ ਪ੍ਰਦੀਪ ਉਰਫ ਪੱਬੀ ਦਾ ਰਿਮਾਂਡ ਪੁਲਿਸ ਨੇ ਵਧਾ ਲਿਆ ਹੈ। ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪ੍ਰਦੀਪ ਨੂੰ 9 ਜੂਨ ਤੱਕ ਤੇ ਸੰਦੀਪ ਕੁਮਾਰ ਉਰਫ ਕੇਕੜਾ ਨੂੰ 11 ਜੂਨ ਤੱਕ ਰਿਮਾਂਡ ਤੇ ਭੇਜਿਆ ਗਿਆ। ਮਾਨਸਾ ਦੇ SSP ਗੌਰਵ ਧੂਰਾ ਨੇ ਦੱਸਿਆ ਕਿ ਅੱਜ ਮੋਨਾ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਮੋਗਾ ਤੋਂ ਮਾਨਸਾ ਵੀ ਲਿਆਂਦਾ ਜਾਵੇਗਾ। ਸੰਦੀਪ ਕੇਕੜਾ ਤੇ ਪੱਬੀ ਦੀ ਨਿਸ਼ਾਨਦੇਹੀ ਤੇ ਬਠਿੰਡਾ ਦੇ ਹਰਕਮਲ ਤੇ ਕੇਸ਼ਵ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਹਾਲਾਂਕਿ ਛਾਪੇਮਾਰੀ ਦੌਰਾਨ ਕੇਸ਼ਵ ਪੁਲਿਸ ਦੇ ਹੱਥ ਨਹੀਂ ਲੱਗਿਆ, ਪਰ ਪੁਲਿਸ ਦੇ ਕੋਲ ਪੁਖਤਾ ਸਬੂਤ ਨੇ ਕਿ ਸਿੱਧੂ ਮੂਸੇਵਾਲੇ ਨਾਲ ਸੈਲਫੀ ਲੈਣ ਵੇਲੇ ਸੰਦੀਪ ਕੇਕੜਾ ਨਾਲ ਨਿੱਕੂ ਤੇ ਕੇਸ਼ਵ ਮੌਜੂਦ ਸਨ। ਪੁਲਿਸ ਨੇ ਦੱਸਿਆ ਕਿ ਕੇਸ਼ਵ ਕਤਲकांड ਦੇ ਦੋਸ਼ ਹੇਠ ਜੇਲ੍ਹ ਵਿੱਚ ਸੀ ਤੇ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ। ਮੂਸੇਵਾਲਾ ਦੇ ਕਤਲ ਵੇਲੇ ਵਰਤੀ ਗਈ ਇੱਕ ਗੱਡੀ ਵੀ ਕੇਸ਼ਵ ਕੋਲ ਸੀ। ਇਹ ਵੀ ਪਤਾ ਲੱਗਿਆ ਕਿ ਸਿੱਧੂ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਮਨਪ੍ਰੀਤ ਮੰਨਾ ਨਾਲ ਵੀ ਕੇਸ਼ਵ ਦੇ ਸੰਬੰਧ ਸਨ। ਫਿਰੋਜ਼ਪੁਰ ਜੇਲ੍ਹ ਦੇ ਵਿੱਚ ਕੇਸ਼ਵ ਤੇ ਮਨਪ੍ਰੀਤ ਮੰਨਾ ਇੱਕ ਦੂਸਰੇ ਦੇ ਸੰਪਰਕ ਵਿੱਚ ਆਏ ਤੇ ਮਨਪ੍ਰੀਤ ਨੇ ਹੀ ਕੇਸ਼ਵ ਨੂੰ ਗੱਡੀ ਮੁਹੱਈਆ ਕਰਵਾਈ ਸੀ। ਵਾਰਦਾਤ ਵਾਲੇ ਦਿਨ ਕੇਕੜਾ ਮੋਟਰਸਾਈਕਲ ਤੇ ਕੇਸ਼ਵ ਤੇ ਨਿੱਕੂ ਨੂੰ ਪਿੰਡ ਮੂਸਾ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਨਿੱਕੂ ਤੇ ਕੇਸ਼ਵ ਗੱਡੀ ਵਿੱਚ ਸਿੱਧੂ ਦੇ ਪਿੱਛੇ ਗਏ। ਮੋਨਾ ਡਾਗਰ, ਜਿਸ ਨੂੰ ਅੱਜ ਮਾਨਸਾ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵੇਗੀ, ਇਹ ਉਹਨਾਂ ਸ਼ਾਰਪ ਸ਼ੂਟਰਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਪੁਲਿਸ ਨੇ ਪਛਾਣ ਕੀਤੀ ਹੈ। ਤੇ ਕਤਲ ਸੰਬੰਧੀ ਬਣਾਈ ਗਈ ਪੰਜਾਬ ਪੁਲਿਸ ਦੀ ਸਿੱਟ ਅੱਜ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕਰੇਗੀ। ਕਤਲकांड ਦੇ ਲਈ ਹੁਣ ਤੱਕ ਫੜੇ ਗਏ ਸਾਰੇ ਮੁਲਜ਼ਮਾਂ ਦੀ ਭੂਮਿਕਾ ਤੇ ਵਿਚਾਰ ਕੀਤੀ ਜਾਵੇਗੀ।
ਅੱਜ ਮੂਸੇਵਾਲੇ ਦੇ ਕਤਲ ਨੂੰ 12ਵਾਂ ਦਿਨ ਹੋ ਗਿਆ ਹੈ, ਪਰ ਹਾਲੇ ਤੱਕ ਵੀ ਕਿਹਾ ਜਾ ਸਕਦਾ ਹੈ ਕਿ ਪੁਲਿਸ ਦੇ ਹੱਥ ਅਸਲੀ ਕਾਤਲਾਂ ਤੱਕ ਪਹੁੰਚਣ ਦੇ ਲਈ ਹਾਲੇ ਖਾਲੀ ਨੇ, ਕਿਉਂਕਿ ਸ਼ੂਟਰਾਂ ਦੇ ਵਿੱਚੋਂ ਕੋਈ ਵੀ ਨਹੀਂ ਫੜਿਆ ਗਿਆ। ਇਹ ਸਾਰੇ ਉਹ ਬੰਦੇ ਨੇ ਜਿਨ੍ਹਾਂ ਨੇ ਰੇਕੀ ਕੀਤੀ ਜਾਂ ਫਿਰ ਜਿਨ੍ਹਾਂ ਨੇ ਸਮਾਨ ਮੁਹੱਈਆ ਕਰਵਾਇਆ। ਕੱਲ ਮੂਸੇਵਾਲੇ ਦੇ ਭੋਗ ਮੌਕੇ ਵੀ ਇਨਸਾਫ ਦੀ ਮੰਗ ਉੱਠੀ ਹੈ ਤੇ ਸਰਕਾਰ ਨੂੰ ਸੰਕੇਤ ਦੇ ਦਿੱਤਾ ਗਿਆ ਹੈ ਕਿ ਜੇ ਛੇਤੀ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਹੈ ਜਿਹੜਾ ਉਹ ਵੱਡਾ ਉਲੀਕਿਆ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਝੋਨੇ ਦਾ ਸਮਰਥਨ ਮੁੱਲ 100 ਰੁਪਏ ਵਧਾ ਦਿੱਤਾ ਹੈ। ਸਾਉਣੀ ਦੀਆਂ 14 ਫਸਲਾਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਪੰਜਾਬ ਦੇ ਕਿਸਾਨ ਇਸ ਤੋਂ ਸੰਤੁਸ਼ਟ ਨਹੀਂ ਹਨ। 100 ਰੁਪਏ ਪ੍ਰਤੀ ਕੁਇੰਟਲ ਵਾਧਾ ਕਿੰਨਾ ਕੁ ਵਾਧਾ ਹੁੰਦਾ ਹੈ? ਕਣਕ ਦੀ ਫਸਲ ਦੇ ਝਾੜ ਤੇ ਪਈ ਮਾਰ ਕਰਕੇ ਕਿਸਾਨਾਂ ਨੂੰ ਝੋਨੇ ਦੇ ਭਾਅ ਵਿੱਚ ਚੰਗਾ ਵਾਧਾ ਮਿਲਣ ਦੀ ਆਸ ਸੀ, ਪਰ 100 ਰੁਪਇਆ ਦੇ ਕੇ ਕੇਂਦਰ ਸਰਕਾਰ ਨੇ ਮਜ਼ਾਕ ਹੀ ਕਰ ਦਿੱਤਾ ਹੈ ਤੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਬਿਜਲੀ ਸੰਕਟ ਦਾ ਡਰ ਵੀ ਕਿਸਾਨਾਂ ਨੂੰ ਸਤਾ ਰਿਹਾ ਹੈ, ਕਿਉਂਕਿ ਬਿਜਲੀ ਦੀ ਮੰਗ ਵਧਣ ਦੇ ਕਾਰਨ ਪਾਵਰਕਾਮ ਨੇ ਕੱਟ ਤਾਂ ਮੁੜ ਤੋਂ ਲਾਉਣੇ ਸ਼ੁਰੂ ਕਰ ਦਿੱਤੇ ਨੇ। ਕਿਸਾਨ ਝੋਨੇ ਦੀ ਲਾਗਤ ਖਰਚ ਵਧਣ ਦੀ ਗੱਲ ਆਖ ਰਹੇ ਨੇ। ਇਸੇ ਦਰਮਿਆਨ ਕੇਂਦਰ ਸਰਕਾਰ ਦਾ ਜਿਹੜਾ ਐਲਾਨ ਕੀਤਾ ਗਿਆ ਉਸਨੇ ਕਿਸਾਨਾਂ ਨੂੰ ਹੋਰ ਵੀ ਚਿੰਤਾ ਦੇ ਵਿੱਚ ਪਾ ਦਿੱਤਾ ਤੇ ਕਿਸਾਨਾਂ ਦਾ ਧਰਵਾਸ ਨਹੀਂ ਵੱਜਿਆ ਇੰਨੇ ਕੁ ਵਾਧੇ ਦੇ ਨਾਲ। ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਦੀ ਬੈਠਕ ਹੋਈ, ਜਿਸ ਦੇ ਵਿੱਚ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਤਹਿਤ 9647 ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ, ਜੋ ਕਿ ਲੰਘੇ ਸਾਲ ਨਾਲੋਂ 40% ਵੱਧ ਹੈ। ਇਸ ਦੇ ਨਾਲ ਹੀ ਠੇਕਿਆਂ ਦੀ ਨਿਲਾਮੀ ਡਰਾ ਦੀ ਥਾਂ ਈ ਟੈਂਡਰਿੰਗ ਨਾਲ ਕਰਨ ਦਾ ਫੈਸਲਾ ਲਿਆ ਹੈ ਤੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਮਿਲਣ ਦੇ ਨਾਲ ਹੁਣ ਆਉਂਦੀ 1 ਜੁਲਾਈ ਤੋਂ ਪੰਜਾਬ 'ਚ ਦਾਰੂ ਸਸਤੀ ਹੋ ਜਾਊਗੀ ਤੇ ਦਾਰੂ ਦੇ ਪਿਆਕੜਾਂ ਦੇ ਲਈ ਇਹ ਜ਼ਰੂਰ ਰਾਹਤ ਵਾਲੀ ਖਬਰ ਪੰਜਾਬ ਸਰਕਾਰ ਨੇ ਦਿੱਤੀ ਹੈ, ਕਿਉਂਕਿ ਨਵੀਂ ਨੀਤੀ ਦੇ ਮੁਤਾਬਿਕ ਸ਼ਰਾਬ ਦੀਆਂ ਕੀਮਤਾਂ ਵਿੱਚ 20 ਤੋਂ 25% ਤੱਕ ਦੀ ਕਟੌਤੀ ਹੋ ਸਕਦੀ ਹੈ। ਯਾਨੀ ਕਿ ਦਾਰੂ ਪੀਣ ਵਾਲਿਆਂ ਨੂੰ ਇੱਕ ਸੰਕੇਤ ਮਿਲ ਗਿਆ ਹੈ, ਇੱਕ ਸੁਨੇਹਾ ਮਿਲ ਗਿਆ ਹੈ ਕਿ ਸਸਤੀ ਹੋ ਰਹੀ ਹੈ, ਹੁਣ ਵੱਧ ਤੋਂ ਵੱਧ ਪੀ ਲਿਆ ਕਰਿਓ, ਤਾਂ ਹੀ ਤਾਂ ਸਰਕਾਰ ਨੂੰ 40% ਵੱਧ ਮਾਲੀਆ ਇਕੱਠਾ ਹੋਊਗਾ। ਨਵੀਂ ਨੀਤੀ 1 ਜੁਲਾਈ 2022 ਤੋਂ 31 ਮਾਰਚ 2023 ਤੱਕ 9 ਮਹੀਨਿਆਂ ਦੇ ਲਈ ਲਾਗੂ ਰਹੇਗੀ। ਲੰਘੇ ਵਿੱਤੀ ਵਰ੍ਹੇ ਦੇ ਵਿੱਚ ਪੰਜਾਬ ਸਰਕਾਰ ਨੇ ਆਬਕਾਰੀ ਨੀਤੀ ਤੋਂ 7000 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਸੀ, ਪਰ 6500 ਕਰੋੜ ਹੀ ਇਕੱਠੇ ਹੋਏ ਸੀ ਤੇ ਐਤਕੀ 9647 ਕਰੋੜ ਦਾ ਟੀਚਾ ਹੈ। ਪੰਜਾਬ ਕੈਬਨਿਟ ਨੇ ਆਬਕਾਰੀ ਵਿਭਾਗ ਦੇ ਨਾਲ ਪਹਿਲਾਂ ਤੈਨਾਤ ਪੁਲਿਸ ਤੋਂ ਇਲਾਵਾ 2 ਹੋਰ ਵਿਸ਼ੇਸ਼ ਬਟਾਲੀਅਨਾਂ ਆਬਕਾਰੀ ਵਿਭਾਗ ਨੂੰ ਅਲਾਟ ਕਰਨ ਦੀ ਸਹਿਮਤੀ ਦੇ ਦਿੱਤੀ ਹੈ, ਤਾਂ ਕਿ ਆਬਕਾਰੀ ਡਿਊਟੀ ਦੀ ਚੋਰੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਜ਼ਰ ਰੱਖੀ ਜਾ ਸਕੇ ਤੇ ਇਹਦੇ ਨਾਲ ਕਹਿੰਦੇ ਪੰਜਾਬ 'ਚ ਗੁਆਂਢੀ ਸੂਬਿਆਂ ਤੋਂ ਹੁੰਦੀ ਸ਼ਰਾਬ ਦੀ ਤਸਕਰੀ ਰੋਕਣ ਦੇ ਵਿੱਚ ਵੀ ਮਦਦ ਮਿਲੇਗੀ। ਮੰਗਲਵਾਰ ਨੂੰ ਗ੍ਰਿਫਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਜਾਇਦਾਦਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਨੇ ਹੀ ਇਹ ਜਾਂਚ ਸ਼ੁਰੂ ਕੀਤੀ ਹੈ। ਵਿਜੀਲੈਂਸ ਤੱਕ ਉਹ ਪ੍ਰਾਈਵੇਟ ਸੂਏ ਵੀ ਪਹੁੰਚ ਕਰਨ ਲੱਗੇ ਨੇ, ਜਿਨ੍ਹਾਂ ਕੋਲੇ ਧਰਮਸੋਤ ਦੇ ਅੰਦਰਲੇ ਭੇਤ ਨੇ ਤੇ ਵਿੱਤੀ ਜਾਂਚ ਦੌਰਾਨ ਮੁੱਖ ਤੌਰ ਤੇ ਧਿਆਨ ਬੇਨਾਮੀ ਜਾਇਦਾਦ ਤੇ ਹੀ ਵਿਜੀਲੈਂਸ ਦੇ ਵੱਲੋਂ ਕੇਂਦਰਿਤ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਵਿਜੀਲੈਂਸ ਨੂੰ ਧਰਮਸੋਤ ਦੀ ਯੂਪੀ ਵਿੱਚ ਜਾਇਦਾਦ ਹੋਣ ਦੀ ਵੀ ਸੂਹ ਮਿਲੀ ਹੈ ਤੇ ਵਿਜੀਲੈਂਸ ਵੱਲੋਂ ਉਹਨਾਂ ਆੜਤੀਆਂ ਤੇ ਵਿਅਕਤੀਆਂ ਦੀ ਸੂਹ ਵੀ ਲਈ ਜਾ ਰਹੀ ਹੈ, ਜਿਨ੍ਹਾਂ ਦੇ ਕੋਲੇ ਪੈਸਾ ਰੱਖਿਆ ਜਾਂਦਾ ਰਿਹਾ ਹੈ। ਧਰਮਸੋਤ ਦੀ ਮੋਹਾਲੀ, ਜ਼ੀਰਕਪੁਰ ਤੇ ਖਰੜ ਦੇ ਵਿੱਚ ਵੀ ਬੇਨਾਮੀ ਜਾਇਦਾਦ ਹੈ। ਧਰਮਸੋਤ ਦੇ ਮੀਡੀਆ ਸਲਾਹਕਾਰ ਰਹੇ ਪੱਤਰਕਾਰ ਕਮਲਜੀਤ ਸਿੰਘ ਨੇ ਉਸ 20 ਲੱਖ ਰੁਪਏ ਦੇ ਵੇਰਵੇ ਵੀ ਦਿੱਤੇ ਨੇ, ਜਿਹੜੇ ਉਸਨੇ ਧਰਮਸੋਤ ਦੇ ਕਹਿਣ ਤੇ ਖਰਚ ਕੀਤੇ ਸੀ। ਖੰਨਾ ਦੇ ਵਿੱਚ ਧਰਮਸੋਤ ਦੀ ਇੱਕ ਮੂੰਹ ਬੋਲੀ ਭੈਣ ਸੀ, ਜਿਸ ਦੀ ਕੌਂਸਲਰ ਦੀ ਚੋਣ ਸਮੇਂ ਕਮਲਜੀਤ ਸਿੰਘ ਨੇ 12 ਲੱਖ ਰੁਪਏ ਖਰਚ ਕੀਤੇ ਸੀ ਤੇ ਇਸ ਚੋਣ ਤੇ ਕਮਲਜੀਤ ਵੱਲੋਂ ਸ਼ਰਾਬ ਦੇ ਕੀਤੇ ਖਰਚ ਦੇ ਬਿੱਲ ਵੀ ਵਿਜੀਲੈਂਸ ਨੂੰ ਮਿਲ ਚੁੱਕੇ ਨੇ। ਹਾਲਾਂਕਿ ਮੂੰਹ ਬੋਲੀ ਭੈਣ ਦੀ ਕਰੋਨਾ ਦੇ ਕਾਰਨ ਮੌਤ ਹੋ ਚੁੱਕੀ ਹੈ ਤੇ ਭੈਣ ਦੇ ਇਲਾਜ ਦੇ ਲਈ ਧਰਮਸੋਤ ਦੇ ਕਹਿਣ ਤੇ ਕਮਲਜੀਤ ਨੇ 5-6 ਲੱਖ ਰੁਪਏ ਦਾ ਖਰਚਾ ਵੀ ਕੀਤਾ ਸੀ। ਇੱਕ ਵਿਆਹ ਸਮਾਗਮ ਤੇ ਵੀ 4 ਲੱਖ ਰੁਪਏ ਖਰਚ ਕੀਤੇ ਗਏ ਸੀ। ਕਮਲਜੀਤ ਨੇ ਇਹ ਸਾਰੇ ਵੇਰਵੇ ਵਿਜੀਲੈਂਸ ਨੂੰ ਦੇ ਦਿੱਤੇ ਨੇ ਤੇ ਵਿਜੀਲੈਂਸ ਦੇ ਵੱਲੋਂ ਧਰਮਸੋਤ ਦੇ ਨਾਲ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ OST ਚਮਕੌਰ ਸਿੰਘ ਦੀ ਜਾਇਦਾਦ ਦੀ ਪੜਤਾਲ ਵੀ ਕੀਤੀ ਜਾਵੇਗੀ, ਕਿਉਂਕਿ ਵਿਜੀਲੈਂਸ ਨੂੰ ਜਾਣਕਾਰੀ ਮਿਲੀ ਹੈ ਕਿ ਧਰਮਸੋਤ ਦੇ ਪੈਸਿਆਂ ਦੀ ਸਾਂਭ ਸੰਭਾਲ ਚਮਕੌਰ ਸਿੰਘ ਹੀ ਕਰਦਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਜੇਲ੍ਹ ਦੇ ਵਿੱਚ ਬੰਦ ਆਪਣੇ ਲੀਡਰ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਦੱਸਦਿਆਂ ਝੂਠੇ ਕੇਸ ਵਿੱਚ ਫਸਾਉਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਨੂੰ ਲੈ ਕੇ ਕੱਲ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ MLA ਗਨੀਵ ਕੌਰ ਅਤੇ ਬਿਕਰਮ ਸਿੰਘ ਮਜੀਠੀਆ ਦੀ ਭੈਣ ਅਤੇ MP ਹਰਸਿਮਰਤ ਕੌਰ ਬਾਦਲ ਦੇ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕੀਤੀ ਗਈ। ਉਸ ਤੋਂ ਬਾਅਦ ਗਨੀਵ ਕੌਰ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਹਨਾਂ ਮਜੀਠੀਆ ਨੂੰ ਜੇਲ੍ਹ ਵਿੱਚ ਜਾਨੋਂ ਮਾਰਨ ਦਾ ਖਦਸ਼ਾ ਜਤਾਇਆ ਤੇ ਨਾਲ ਹੀ ਮਜੀਠੀਆ ਤੇ ਕੋਈ ਵੀ ਬਰਾਮਦਗੀ ਪਾ ਕੇ ਉਹਨਾਂ ਨੂੰ ਇੱਕ ਹੋਰ ਝੂਠੇ ਕੇਸ ਵਿੱਚ ਫਸਾਉਣ ਦੀ ਗੱਲ ਦੱਸੀ ਹੈ। ਵਫਦ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ADGP ਜੇਲ੍ਹਾਂ ਦੇ ਅਹੁਦੇ ਤੋਂ ਹਰਪ੍ਰੀਤ ਸਿੰਘ ਸਿੱਧੂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਵਫਦ ਨੇ ਕਿਹਾ ਕਿ ਪਿਛਲੀ ਸਰਕਾਰ ਵਾਂਗੂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹਰਪ੍ਰੀਤ ਸਿੰਘ ਸਿੱਧੂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਗਨੀਵ ਕੌਰ ਨੇ ਦੱਸਿਆ ਕਿ ਸਿੱਧੂ ਦੀ ਮਜੀਠੀਆ ਪਰਿਵਾਰ ਦੇ ਨਾਲ ਦੁਸ਼ਮਣੀ ਚੱਲੀ ਆ ਰਹੀ ਹੈ ਤੇ ਸਰਕਾਰ ਨੇ ਜਾਣਬੁੱਝ ਕੇ ਉਸ ਨੂੰ ADGP ਲਾਇਆ ਹੈ।
ਸਰਕਾਰ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ 3 ਸੁਪਰਡੈਂਟ ਬਦਲ ਦਿੱਤੇ ਨੇ ਤਾਂ ਜੋ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਹਰਸਿਮਰਤ ਅਤੇ ਗਨੀਵ ਕੌਰ ਨੇ ਇਹ ਵੀ ਇਲਜ਼ਾਮ ਲਾਇਆ ਕਿ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੌਰੇ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਉਸ ਚੱਕੀ ਵਿੱਚ ਬੰਦ ਕੀਤਾ ਹੈ ਜੋ ਮਨੁੱਖਾਂ ਦੇ ਰਹਿਣ ਲਈ ਅਣਫਿੱਟ ਹੈ ਤੇ ਅਸੁਰੱਖਿਅਤ ਹੈ। ਮਜੀਠੀਆ ਨੂੰ 8x8 ਦੀ ਬੈਰਕ ਦੇ ਵਿੱਚ ਰੱਖਿਆ ਗਿਆ। ਹਾਂਜੀ, ਅਸੀਂ ਗਵਰਨਰ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਹਾਂ क्योंकि सानू ये सरकार तो कोई उम्मीद नहीं है कि सानू कोई भी किसी भी तरह की किसी तरह का जस्टिस मिले। तो इन्होंने हुण ADGP लाया है, प्रिजनस लाया है हरप्रीत सिंह सिद्धू नूं जो पहला FIR च भी इनवॉल्व सीगे। सानू डर है बिक्रम जी की जान का, उन्हों की जान को खतरा है जेल च। सानू डर है कि उन्होंने ते कुछ प्लांट कर दिया जाएगा, और कोई नवी FIR उन्होंने ते फाइल कर दी जाऊगी। हुण सानू डर है कि हुण ये बंदा की करूगा साडे नाल। इस गल लई असी गवर्नर साहब नूं रिप्रैजेंटेशन दे के आए हैं कि सानू कोई तो इंसाफ देवे। बस यही बेनती करन आए सी असी इत्थे। ਆਪਾਂ ਸਾਰੇ ਜਾਣਦੇ ਹਾਂ ਕਿ ਹਰਪ੍ਰੀਤ ਸਿੰਘ ਸਿੱਧੂ ਜਿਹੜੇ ADGP ਪ੍ਰਿਜ਼ਨ ਲਾਏ ਗਏ ਨੇ, ਇਹਨਾਂ ਦਾ ਸਾਡੇ ਪਰਿਵਾਰ ਦੇ ਨਾਲ ਪੁਰਾਣੀ ਰੰਜਿਸ਼ ਹੈਗੀ ਜੀ। ਹਰਪ੍ਰੀਤ ਸਿੱਧੂ ਮੇਰੇ ਸਗੀ ਚਾਚੀ ਦੇ ਸਗੀ ਭੈਣ ਦੇ ਪੁੱਤ ਨੇ ਤੇ ਬਚਪਨ ਤੋਂ ਹੀ ਇਹਨਾਂ ਦੇ ਸਾਡੇ ਪਰਿਵਾਰ ਦੇ ਨਾਲ ਤੇ ਖਾਸ ਤੌਰ ਤੇ ਹਰਪ੍ਰੀਤ ਤੇ ਵਿਕਰਮ ਦੇ ਵਿੱਚ ਬਚਪਨ ਤੋਂ ਹੀ ਇੱਕ ਦੂਜੇ ਦੇ ਨਾਲ ਇਹਨਾਂ ਦੀ ਲੱਗਦੀ ਰਹੀ ਹੈ। झूठा केस बनाने च जो इन्हां दी भूमिका रही सब कुछ हरप्रीत सिद्धू दे निगरानी च होया। ते हुण ये नवी सरकार जिहड़ी बनी है इत्थे भी हरप्रीत सिद्धू ने पूरा अपना दखल अंदाजी करके हुण इस सरकार ने उन्हों प्रिजनस दा ADGP बनाता हैगा। ते साडे वल्लों बिल्कुल क्लीयर हैगा कि ये इंसान जिहदा रंजिश साडे परिवार दे नाल पुरानी हिस्टरी सारी सामने हैगी। जे पिछली सरकार ने 3 DGP बदल के, AGs बदल के, SSP BOIs बदल के उन्होंने झूठे केस विक्रम के उत्ते कीते ते इस सरकार ने भी 3 महीनों च सुपरिटेंडेंट 3 बदलते जेल दे, जिस जेल च विक्रम है, ADGP बदल चे ते हुण इहनूं प्रिजन का इंचार्ज बनाता। मतलब अज गनीव नूं तां मैनूं इस गल का फिक्र है ते डर है कि विक्रम नूं खत्म करन वास्ते ये हरप्रीत सिद्धू कोई भी कदम चक सकता है। उन्होंने जानी नुकसान पहुँचाने वास्ते या झूठे इहदे उत्ते होर केस बनाने वास्ते सब कुछ अज पंजाब च बाहर असी हालात देख रहे हैं की है। असी तो मंगिया कि इस बंदे नूं हटाना चाहिए हैगा, क्योंकि सानू जदों ताईं वो प्रिजनस दा इंचार्ज हैगा साडे भरा दे जान नूं खतरा हैगा। जे इस चीज़ को असी हाईलाइट करना चाहते कि जे साडे भरा नूं कल कुछ होंदा हैगा, अदालत अपने तरीके दे नाल करे, जो ओदे प्रिजन ते जो हक है वो हक उन्होंने मिलने चाहिए। जिन्ना तंग करना तुसी कर लो, लेकिन जेल विच रह के भी जिंदा रहना हरेक कैदी का हक होंदा है। इहो जे बंदे नूं बना के सानू अपने भरा दी जिंदगी का भी डर है ते ओदे उत्ते झूठा की कुछ उत्ते अंदर बन सकता, सानू बाहर बैठे किसी नूं कुछ पता तक नहीं लगदा। ਪਿਛਲੇ ਸਮੇਂ ਦੌਰਾਨ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਅਤੇ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਵਿੱਚ ਲੋਕਾਂ ਦੇ ਸੰਘਰਸ਼ ਚੱਲਦੇ ਸੀ, ਲੋਕਾਂ ਦੇ ਧਰਨੇ ਲੱਗਦੇ ਸੀ ਤੇ ਹੁਣ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਹਿਰ ਸੰਗਰੂਰ ਬੇਰੁਜ਼ਗਾਰ ਜਥੇਬੰਦੀਆਂ ਦੇ ਸੰਘਰਸ਼ਾਂ ਦਾ ਗੜ੍ਹ ਬਣ ਗਿਆ। ਸੰਗਰੂਰ ਸ਼ਹਿਰ ਦੇ ਵਿੱਚ ਅੱਧੀ ਦਰਜਨ ਜਥੇਬੰਦੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਗੇਟ ਮੂਹਰੇ ਪੱਕੇ ਮੋਰਚੇ ਲਾ ਲਏ ਨੇ। ਮੁੱਖ ਮੰਤਰੀ ਤਾਂ ਇੱਥੇ ਕਦੇ-ਕਦਾਈ ਹੀ ਪਹੁੰਚਦੇ ਨੇ, ਪਰ ਇੱਥੋਂ ਦੇ ਜਿਹੜੇ ਲੋਕ ਨੇ ਉਹ ਜ਼ਰੂਰ ਮੁਸ਼ਕਲਾਂ ਦੇ ਵਿੱਚ ਨੇ, ਉਹਨਾਂ ਦਾ ਆਮ ਜਨਜੀਵਨ ਜ਼ਰੂਰ ਪ੍ਰਭਾਵਿਤ ਹੋਇਆ ਹੈ। ਇਹਨਾਂ ਬੇਰੁਜ਼ਗਾਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੋਟਾਂ ਲੈਣ ਤੋਂ ਬਾਅਦ, ਜਿੱਤਣ ਤੋਂ ਬਾਅਦ, ਕਿ ਮੇਰਾ ਹਰਾ ਪੈਨ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਚਲਾਇਆ ਜਾਊਗਾ। ਹਾਲਾਂਕਿ ਪੰਜਾਬ ਸਰਕਾਰ ਨੇ ਹਜ਼ਾਰਾਂ ਅਸਾਮੀਆਂ ਵੀ ਕੱਢੀਆਂ ਨੇ, ਪਰ ਫਿਰ ਵੀ ਹਲੇ ਲੱਖਾਂ ਨੌਜਵਾਨ ਬੇਰੁਜ਼ਗਾਰ ਬੈਠੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਉਸ ਹਰੇ ਪੈਨ ਦੀ ਸਾਡੇ ਵਾਸਤੇ ਚੱਲਣ ਦੇ ਲਈ ਉਡੀਕ ਕਰ ਰਹੇ ਹਾਂ, ਇਸੇ ਕਰਕੇ ਮੁੱਖ ਮੰਤਰੀ ਦੇ ਦਰਾਂ ਤੇ ਆ ਕੇ ਬਹਿ ਗਏ ਹਾਂ।
ਉਧਰ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੇ ਲਈ ਸੰਘਰਸ਼ ਤੇ ਰਾਹ ਪਈਆਂ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਵੀ ਅੱਜ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ ਦਾ ਪ੍ਰੋਗਰਾਮ ਬਦਲ ਕੇ ਦਾਣਾ ਮੰਡੀ ਦੇ ਵਿੱਚ ਕਰਨ ਦਾ ਐਲਾਨ ਕਰ ਦਿੱਤਾ ਹੈ। ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਅੱਜ ਮਜ਼ਦੂਰਾਂ ਦੇ ਵੱਲੋਂ ਚੇਤਾਵਨੀ ਰੈਲੀ ਕੀਤੀ ਜਾਊਗੀ। ਦਰਅਸਲ ਪਰਸੋਂ ਇਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਬੈਠਕ ਹੋਈ ਸੀ। ਕੱਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਬੈਠਕ ਹੋਈ ਸੀ, ਪਰ ਉਹਦੇ ਵਿੱਚ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਤਾਂ ਅੱਜ ਇਹਨਾਂ ਦੇ ਵੱਲੋਂ ਚੇਤਾਵਨੀ ਰੈਲੀ ਕੀਤੀ ਜਾ ਰਹੀ ਹੈ ਤੇ ਕੁਝ ਹੋਰ ਜਥੇਬੰਦੀਆਂ ਦੇ ਵੱਲੋਂ ਕੱਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਮੂਹਰੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਉਧਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੀ 11 ਮੈਂਬਰੀ ਕਮੇਟੀ ਬਣੀ ਸੀ ਉਸ ਦੇ ਵੱਲੋਂ ਸਰਗਰਮੀ ਤਾਂ ਬਹੁਤ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਕੀਤੀ ਗਈ ਸੀ, ਪਰ ਉਸ ਸਰਗਰਮੀ ਨੂੰ ਹਾਲੇ ਤੱਕ ਬੂਰ ਨਹੀਂ ਪੈਂਦਾ ਦਿਖਾਈ ਦੇ ਰਿਹਾ। ਐਸਜੀਪੀਸੀ ਪ੍ਰਧਾਨ ਦੇ ਵੱਲੋਂ 11 ਮੈਂਬਰੀ ਸਾਂਝੀ ਕਮੇਟੀ ਬਣਾਈ ਗਈ ਸੀ ਤੇ ਇਸ ਕਮੇਟੀ ਦੀ ਪਹਿਲੀ ਮੀਟਿੰਗ 19 ਮਈ ਨੂੰ ਹੋਈ ਸੀ। 20 ਤੇ 24 ਮਈ ਨੂੰ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਦਫ਼ਤਰਾਂ ਨੂੰ ਮੀਟਿੰਗ ਵਾਸਤੇ ਚਿੱਠੀਆਂ ਭੇਜੀਆਂ ਗਈਆਂ ਸੀ, ਪਰ ਹਾਲੇ ਤੱਕ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। 15 ਦਿਨ ਬੀਤ ਚੁੱਕੇ ਨੇ ਤੇ ਦੂਸਰੇ ਪਾਸੇ ਜਿਹੜਾ ਕਮੇਟੀ ਮੈਂਬਰਾਂ ਦੇ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ, ਉਸ ਕਰਕੇ ਜਿਹੜਾ ਇਹ ਸੰਘਰਸ਼ ਹੈ ਉਸ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਖਿੱਚੋਤਾਣ ਚੱਲ ਰਹੀ ਹੈ ਸਿਰਫ ਤੇ ਸਿਰਫ ਇੱਕ ਨਾਮ ਕਰਕੇ, ਉਹ ਨਾਮ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ। ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਦੇ ਪ੍ਰਧਾਨਾਂ ਬਲਜੀਤ ਸਿੰਘ ਦਾਦੂਵਾਲ ਅਤੇ ਹਰਮੀਤ ਸਿੰਘ ਕਾਲਕਾ ਨੂੰ ਇਸ ਮੈਂਬਰ ਦੇ ਉੱਤੇ ਇਤਰਾਜ਼ ਹੈ, ਕੱਢਣ ਦੀ ਮੰਗ ਕਰ ਰਹੇ ਨੇ। ਤੇ ਹੁਣ ਜਦੋਂ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ ਤਾਂ ਹੋਰ ਵੀ ਟਕਰਾਅ ਹੋਣ ਦੀ ਸੰਭਾਵਨਾ ਹੈ। ਤੇ ਜਿਹੇ ਹਾਲਾਤਾਂ ਦੇ ਦਰਮਿਆਨ ਇਹੀ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਜਿਹੜੇ ਪੰਥਕ ਲੀਡਰ ਨੇ ਜਾਂ ਫਿਰ ਸਿਆਸੀ ਸਿੱਖ ਲੀਡਰ ਨੇ, ਉਹਨਾਂ ਦੇ ਵੱਲੋਂ ਪੰਥਕ ਹਿੱਤ ਮੂਹਰੇ ਨਹੀਂ ਰੱਖੇ ਜਾ ਰਹੇ। ਆਪਣੀ ਹੀ ਸਿਆਸਤ ਹੈ ਜਿਹੜੀ ਉਸ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਵੱਲੋਂ ਦੇਖਿਆ ਜਾਂਦਾ ਹੈ ਤੇ ਉਸ ਦੇ ਮੁਤਾਬਿਕ ਹੀ ਕੰਮ ਕੀਤਾ ਜਾਂਦਾ ਹੈ। ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਪਾਕਿਸਤਾਨ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਕੱਲ ਭਾਰਤ ਤੋਂ ਜਥਾ ਪਾਕਿਸਤਾਨ ਪਹੁੰਚ ਗਿਆ ਹੈ। 16 ਜੂਨ ਨੂੰ ਪਾਕਿਸਤਾਨ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ, ਜਿਸ ਨੂੰ ਲੈ ਕੇ 144 ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਕੱਲ ਪਾਕਿਸਤਾਨ ਪਹੁੰਚ ਗਿਆ। ਜਥੇ ਦੇ ਵਿੱਚ ਦੋ ਸੰਸਥਾਵਾਂ ਵਿਸ਼ਵ ਭਾਈ ਮਰਦਾਨਾ ਯਾਦਗਾਰ ਸੁਸਾਇਟੀ ਫਿਰੋਜ਼ਪੁਰ ਤੇ ਸੁਖਮਨੀ ਸਾਹਿਬ ਸੁਸਾਇਟੀ ਡੱਬ ਵਾਲੀ ਦੀ ਸੰਗਤ ਸ਼ਾਮਿਲ ਹੈ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਡੇਰਾ ਸਾਹਿਬ ਵਿਖੇ 16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਤੋਂ ਬਾਅਦ ਇਹ ਜਥਾ 17 ਜੂਨ ਨੂੰ ਵਾਪਸ ਇਸੇ ਰਸਤੇ ਰਾਹੀਂ ਪਰਤ ਆਵੇਗਾ। ਤੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 3 ਜੂਨ ਨੂੰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਲਿਆ ਗਿਆ ਹੈ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਜਥਾ ਨਹੀਂ ਜਾ ਰਿਹਾ। ਪਾਕਿਸਤਾਨ ਦੀ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਸ਼ਹੀਦੀ ਦਿਹਾੜਾ ਮਨਾ ਰਹੀ ਹੈ, ਇਸ ਕਰਕੇ ਹੋਰ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਸਿੱਖ ਸੰਗਤ ਉੱਥੇ ਜਾ ਰਹੀ ਹੈ। ਪੰਜਾਬ ਕਾਂਗਰਸ ਤੇ ਚੱਲ ਰਹੇ ਸੰਕਟ ਦੇ ਦਰਮਿਆਨ ਪਾਰਟੀ ਨੇ ਕੱਲ ਇੱਕ ਹੋਰ ਕਾਰਵਾਈ ਕੀਤੀ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ। ਖੇਡਾਂ ਦੇ ਨਾਲ ਜੁੜੀ ਇੱਕ ਚੰਗੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਜਿਹੜਾ ਬੰਗਾ ਦੇ ਪਿੰਡ ਜਿੰਦੋਵਾਲ ਦੇ ਵਿੱਚ 5ਵਾਂ 7A ਸਾਈਡ ਡੇ ਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਸ ਦਾ ਅੱਜ ਫਾਈਨਲ ਮੈਚ ਹੈ। ਕੱਲ ਸੈਮੀਫਾਈਨਲ ਮੁਕਾਬਲੇ ਹੋਏ ਨੇ ਤੇ ਸੈਮੀਫਾਈਨਲ ਮੁਕਾਬਲਿਆਂ ਦੇ ਵਿੱਚ ਪਿੰਡ ਜਿੰਦੋਵਾਲ ਦੀ ਹੀ ਫੁੱਟਬਾਲ ਟੀਮ ਸਖਤ ਮਿਹਨਤ ਦੇ ਨਾਲ ਆਪਣਾ ਪ੍ਰਦਰਸ਼ਨ ਦਿਖਾਉਂਦੇ ਹੋਏ ਫਾਈਨਲ ਦੇ ਵਿੱਚ ਪਹੁੰਚ ਗਈ ਹੈ। ਮੈਚ ਜਿੱਤਣ ਤੋਂ ਬਾਅਦ ਪਿੰਡ ਵਾਲਿਆਂ ਨੇ ਤੇ ਖਿਡਾਰੀਆਂ ਨੇ ਕੁਝ ਇਸ ਤਰੀਕੇ ਦੇ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਧੀਆ ਸੰਘਰਸ਼ ਤੋਂ ਬਾਅਦ ਦੇ ਵਿੱਚ ਜਾ ਚੁੱਕੀ ਹੈ। ਖਾਨਖਾਨੇ ਦੀ ਟੀਮ ਨੇ ਵੀ ਬਹੁਤ ਹੀ ਵਧੀਆ ਰੋਲ ਅਦਾ ਕੀਤਾ। ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਦਾ ਕੀਤਾ। ਹਰ ਸਾਲ ਕਰਵਾਏ ਜਾਂਦੇ ਇਸ ਟੂਰਨਾਮੈਂਟ ਦਾ ਪ੍ਰਬੰਧ ਪਿੰਡ ਵਾਸੀਆਂ ਦੇ ਵੱਲੋਂ ਜਿਹੜੇ ਇੱਧਰ ਪੰਜਾਬ ਦੇ ਵਿੱਚ ਰਹਿੰਦੇ ਨੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਵੱਲੋਂ ਰਲ ਮਿਲ ਕੇ ਕੀਤਾ ਜਾਂਦਾ ਹੈ। 8 ਤਰੀਕ ਨੂੰ ਇਸ ਟੂਰਨਾਮੈਂਟ ਦੇ ਦੋ ਸੈਮੀਫਾਈਨਲ ਮੁਕਾਬਲੇ ਤੇ 9 ਤਰੀਕ ਨੂੰ ਠੀਕ 8 ਵਜੇ ਜੋ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦਾ ਜੋ ਬੱਚਿਆਂ ਦਾ ਡੇਟ ਆਫ ਬਰਥ 2005 ਕੈਟਾਗਰੀ ਦਾ ਫਾਈਨਲ ਮੁਕਾਬਲਾ ਵੀ 9 ਤਰੀਕ ਨੂੰ ਠੀਕ 6 ਵਜੇ ਖੇਡਿਆ ਜਾਵੇਗਾ। ਸੋ ਸਾਰੀ ਸੰਗਤ ਨੂੰ ਦੱਸ ਦਈਏ ਜੋ ਇਸ ਵਿੱਚ ਟੂਰਨਾਮੈਂਟ ਵਿੱਚ ਪਹਿਲਾ ਤੇ ਦੂਜਾ ਪ੍ਰਾਈਜ਼ ਹੈ ਉਹ ਬਾਬਾ ਜਸਦੀਪ ਸਿੰਘ ਜੀ ਮੰਗਾ ਜੀ ਉਹਨਾਂ ਵੱਲੋਂ ਦਿੱਤਾ ਜਾ ਰਿਹਾ। ਸਾਰੇ ਹੀ ਇਲਾਕਾ ਨਿਵਾਸੀ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇਸ ਟੂਰਨਾਮੈਂਟ ਕਮੇਟੀ ਵੱਲੋਂ, NRI ਵੀਰਾਂ ਦਾ ਤੇ ਇਸ ਖਾਸ ਚੈਨਲ ਦਾ ਜੋ ਸਾਡੇ ਇਸ ਟੂਰਨਾਮੈਂਟ ਨੂੰ ਕਵਰ ਕਰ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀਆਂ ਖਾਸ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਕੁਝ ਹੋਰ ਖਬਰਾਂ ਵੀ ਦੱਸਦੇ ਹਾਂ। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਦੇ ਨਾਲ ਜੁੜੀ ਖਬਰ ਤੁਹਾਨੂੰ ਦੱਸਦੇ ਹਾਂ। ਮੇਰਾ ਕਰਾਰ ਉਸ ਪਰਮ ਆਤਮਾ ਨਾਲ ਹੈ ਜਿਸ ਨੂੰ ਅਸੀਂ ਸਾਰੇ ਪਰਮਾਤਮਾ ਕਹਿੰਦੇ ਹਾਂ। ਸੋ ਆਮ ਤੇ ਖਾਸ ਨੂੰ ਅਜੇ ਐਲਾਨ ਆ ਕਿ ਸ਼ੁਭਦੀਪ ਸਿੰਘ ਸਿੱਧੂ
ਯਾਨੀ ਕਿ ਸਿੱਧੂ ਮੂਸੇਵਾਲਾ ਨਾ ਕਿਸੇ ਨਾਲ ਵੱਜਿਆ ਸੀ ਤੇ ਨਾ ਹੀ ਕਿਸੇ ਨਾਲ ਵੱਜਿਆ ਹੈ। ਸਿੱਧੂ ਸਿੱਧਾ ਹੈ, ਪਰ ਸਿੱਧੂ ਖੁੱਲਾ ਸਾਨ ਵੀ ਹੈ। ਸਿੱਧੂ ਵੱਜੂ ਤਾਂ ਸਿੱਧਾ ਹਿੱਕ ਵਿੱਚ ਵੱਜੂ। ਕਾਲ ਦੀ ਕਲਮ, ਵਰਤਮਾਨ ਦੀ ਸਿਆਹੀ ਤੇ ਆਉਂਦੇ ਭਵਿੱਖ ਦੀ ਮੇਰੇ ਅਦਬ ਦੀ ਚੜ੍ਹਦੀ ਕਲਾ ਮੇਰੇ ਉਸ ਪਰਮਾਤਮਾ ਦੀ ਨਜ਼ਰ ਹੈ। ਉਸ ਪਰਮਾਤਮਾ ਦਾ ਸ਼ੁਕਰਾਨਾ ਹੈ ਤੇ ਮੇਰੇ ਉਸੇ ਵਾਹਿਗੁਰੂ ਦੀ ਦਾਤ ਹੈ। ਆਮ ਸਾਈਨ ਟੂ ਗਾਡ। ਕਈ ਲੋਕ ਉਹਨੂੰ ਗੈਂਗਸਟਰ ਦੱਸਦੇ ਸੀ, ਪਰ ਉਹ ਗੰਦੇ ਸਿਸਟਮ ਦੀ ਭੇਂਟ ਚੜ ਗਿਆ। ਉਹ ਟੁਪਾਕ ਸ਼ਾਕੁਰ ਦਾ ਜਨੂਨੀ ਪ੍ਰਸ਼ੰਸਕ ਸੀ ਤੇ ਆਖਿਰਕਾਰ ਉਸੇ ਤਰ੍ਹਾਂ ਦੀ ਹੀ ਮੌਤ ਮਰ ਗਿਆ। ਤੇ ਆਪਣੇ ਕੁਝ ਦਿਨ ਪਹਿਲਾਂ ਕੱਢੇ ਗਾਣੇ ਦਾ ਲਾਸਟ ਰਾਈਡ ਦੇ ਬੋਲ ਆਪਣੇ ਤੇ ਹੀ ਸੱਚ ਕਰ ਗਿਆ। ਉਹ ਕਹਿੰਦਾ ਸੀ, ਸਿੱਧੂ ਮੂਸੇਵਾਲਾ ਦਿਲ ਦਾ ਨੀ ਮਾੜਾ। ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ, ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਆਖਰੀ ਵਿਦਾਈ ਦੇ ਦਿੱਤੀ ਗਈ ਹੈ। 8 ਜੂਨ ਨੂੰ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਦੇਸ਼ ਭਰ ਤੋਂ ਚਾਹੁਣ ਵਾਲਿਆਂ ਦਾ ਵੱਡਾ ਇਕੱਠ ਹੋਇਆ। ਹਰ ਕੋਈ ਮਰਹੂਮ ਗਾਇਕ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਸੀ। ਪਹੁੰਚਿਆ ਇਕੱਠ ਲੱਖਾਂ ਦੀ ਗਿਣਤੀ ਤੋਂ ਘੱਟ ਨਹੀਂ ਸੀ। ਨੌਜਵਾਨ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ, ਬੈਚ ਤੇ ਟੈਟੂ ਬਣਵਾ ਕੇ, ਪੱਗਾਂ ਬੰਨ੍ਹ ਕੇ ਵੱਡੀ ਗਿਣਤੀ ਦੇ ਵਿੱਚ ਸਿੱਧੂ ਅਮਰ ਰਹੇ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਵੀ ਲਾਉਂਦੇ ਦਿਖਾਈ ਦਿੱਤੇ। ਸ਼ਰਧਾਂਜਲੀ ਸਮਾਗਮ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਇਹ ਨੌਜਵਾਨ ਪਹੁੰਚੇ। ਦੂਰ ਦੂਰ ਤੱਕ ਜਾਮ ਲੱਗ ਗਏ। ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਪੌਦੇ ਵੰਡੇ, ਕਈਆਂ ਨੇ ਖੂਨਦਾਨ ਕਰਕੇ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਹਾਈ ਪ੍ਰੋਫਾਈਲ ਸਮਾਗਮ ਦੇ ਮੱਦੇਨਜ਼ਰ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਸੀ। ਮਾਨਸਾ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਰ ਜ਼ਿਲ੍ਹਿਆਂ ਤੋਂ ਵੀ ਪੁਲਿਸ ਦੀਆਂ ਟੀਮਾਂ ਮੰਗਵਾਈਆਂ ਗਈਆਂ ਸੀ। ਪਰਿਵਾਰ ਦੀ ਸਹਿਮਤੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਟੇਜ ਤੋਂ ਲੈ ਕੇ ਲੰਗਰ ਤੱਕ ਦੀ ਸਾਰੀ ਜ਼ਿੰਮੇਵਾਰੀ ਨਿਭਾਈ। ਪਰਿਵਾਰ ਸਮੇਤ ਮੂਸਾ ਪਿੰਡ ਅਤੇ ਸ਼੍ਰੋਮਣੀ ਕਮੇਟੀ ਨੇ ਲੰਗਰ ਸਮੇਤ ਹਰ ਤਰ੍ਹਾਂ ਦੇ ਖਾਸ ਪ੍ਰਬੰਧ ਕੀਤੇ ਹੋਏ ਸੀ। ਇਕੱਠ ਇੰਨਾ ਜ਼ਿਆਦਾ ਸੀ ਕਿ ਮਾਨਸਾ ਸ਼ਹਿਰ ਦੇ ਵਿੱਚ ਸਾਰੀਆਂ ਸੜਕਾਂ ਤੇ 7-7 ਕਿਲੋਮੀਟਰ ਤੱਕ ਲੰਬੇ ਜਾਮ ਲੱਗ ਗਏ। ਅਰਦਾਸ ਸਮਾਗਮ ਤੇ ਪਹੁੰਚਣ ਵਾਲੇ ਕੁਝ ਲੋਕ ਪਹਿਲਾਂ ਜਵਾਰ ਕੇ ਘਟਨਾ ਸਥਾਨ ਤੇ ਵੀ ਗਏ, ਫਿਰ ਸਿੱਧੂ ਦੇ ਪਿੰਡ ਮੂਸਾ ਦੇ ਵਿੱਚ ਅੰਤਿਮ ਸੰਸਕਾਰ ਵਾਲੀ ਥਾਂ ਤੇ ਵੀ ਜਾਂਦੇ ਦੇਖੇ ਗਏ। ਸਵੇਰੇ 7 ਵਜੇ ਤੋਂ ਲੈ ਕੇ ਹੀ ਗੁਰੂ ਘਰ ਦੇ ਕੀਰਤਨੀਆਂ ਨੇ ਰਸਪਿਨਾ ਕੀਰਤਨ ਸ਼ੁਰੂ ਕਰ ਦਿੱਤਾ ਸੀ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਕਥਾ ਸਰਵਣ ਕਰਵਾਈ, ਸੰਗਤਾਂ ਨੂੰ ਇਤਿਹਾਸ ਦਾ ਵਿਖਿਆਨ ਕੀਤਾ। ਉਸ ਤੋਂ ਬਾਅਦ ਅਰਦਾਸ ਕੀਤੀ ਗਈ ਤੇ ਫਿਰ ਹੁਕਮਨਾਮਾ ਆਇਆ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਅਰਦਾਸ ਤੋਂ ਬਾਅਦ ਗਿਆਨੀ ਹਰਪਾਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵੱਲੋਂ ਮਾਪਿਆਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੀ ਸੰਗਤ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮਾਪਿਆਂ ਨੂੰ ਸਿਰੋਪਾਓ ਦਿੱਤਾ। ਅੰਤਿਮ ਅਰਦਾਸ ਦੇ ਵਿੱਚ ਪੰਜਾਬ ਤੋਂ ਹੀ ਨਹੀਂ ਬਲਕਿ ਹਰਿਆਣਾ ਸਮੇਤ ਹੋਰ ਗੁਆਂਢੀ ਸੂਬਿਆਂ ਤੋਂ ਵੀ ਪ੍ਰਸ਼ੰਸਕ ਪਹੁੰਚੇ ਹੋਏ ਸੀ ਅਤੇ ਕੁਝ ਲੋਕ ਵਿਦੇਸ਼ਾਂ ਤੋਂ ਵੀ ਪਹੁੰਚੇ ਹੋਏ ਸੀ। ਕਲਾਕਾਰਾਂ ਦੇ ਵਿੱਚੋਂ ਗੁਰਪ੍ਰੀਤ ਘੁੱਗੀ, ਰੇਸ਼ਮ ਅਨਮੋਲ, ਜਸਵਿੰਦਰ ਬਰਾੜ, ਕੌਰ ਬੀ, ਮੈਂਡੀ ਤੱਖੜ, ਕੁਲਵਿੰਦਰ ਬਿੱਲਾ ਤੇ ਹੋਰ ਕਈ ਕਲਾਕਾਰਾਂ ਸਣੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਵਿਧਾਇਕ ਦਲਬੀਰ ਗੋਲਡੀ ਵੀ ਅਰਦਾਸ ਦੇ ਵਿੱਚ ਸ਼ਾਮਿਲ ਹੋਏ। ਹਾਲਾਂਕਿ ਸ਼ੁਭਦੀਪ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲੇ ਕਈਆਂ ਦੀਆਂ ਸੱਧਰਾਂ ਤਾਂ ਅਧੂਰੀਆਂ ਹੀ ਰਹਿ ਗਈਆਂ। ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਕੋਨੇ-ਕੋਨੇ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਫੈਨ ਆਪਣੇ ਮਹਿਬੂਬ ਗਾਇਕ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੇ ਲਈ ਵਹੀਰਾਂ ਘੱਟ ਕੇ ਘਰੋਂ ਤਾਂ ਨਿਕਲੇ, ਪਰ ਲੋਕਾਂ ਦੇ ਹੜ੍ਹ ਕਾਰਨ ਭੋਗ ਵਾਲੀ ਥਾਂ ਤੇ ਪਹੁੰਚ ਨਹੀਂ ਸਕੇ। ਦ ਖਾਲਸ ਟੀਵੀ ਦੀ ਟੀਮ ਨੇ ਦੇਖਿਆ ਕਿ ਭੋਗ ਵਾਲੀ ਥਾਂ ਤੋਂ ਚਾਰੇ ਪਾਸੇ 7 ਤੋਂ 8-8 ਕਿਲੋਮੀਟਰ ਲੰਬੇ ਜਾਮ ਲੱਗ ਗਏ ਸੀ। ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸੀ। ਨਾ ਤਾਂ ਕੋਈ ਅੱਗੇ ਵੱਧ ਪਾ ਰਿਹਾ ਸੀ, ਨਾ ਹੀ ਕੋਈ ਪਿੱਛੇ ਮੁੜ ਪਾ ਰਿਹਾ ਸੀ। ਹੌਲੀ-ਹੌਲੀ ਪ੍ਰਸ਼ਾਸਨ ਨੇ ਇਸ ਜਾਮ ਨੂੰ ਖੁਲਵਾਇਆ। ਹਾਲਾਂਕਿ ਇਸ ਸਮਾਗਮ ਤੋਂ ਸਿਆਸੀ ਲੀਡਰ ਤਕਰੀਬਨ ਸਾਰੀਆਂ ਪਾਰਟੀਆਂ ਦੇ ਦੂਰ ਹੀ ਰਹੇ। ਕਾਂਗਰਸ ਦੇ 1-2 ਲੀਡਰ ਜਿਹੜੇ ਤੁਹਾਨੂੰ ਦੱਸੇ ਨੇ ਉਹੀ ਇੱਥੇ ਦੇਖੇ ਗਏ ਤੇ ਇਸ ਕਰਕੇ ਵਾਹਨਾਂ ਦਾ ਜਮਖੜਾ ਵੀ ਘੱਟ ਰਿਹਾ ਤੇ ਰਾਹਤ ਵਾਲੀ ਗੱਲ ਵੀ ਰਹੀ, ਕਿਉਂਕਿ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਣਾ ਸੀ। ਪਿੰਡ ਮੂਸਾ ਦੇ ਸਾਰੇ ਪਰਿਵਾਰਾਂ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ। ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਪਹੁੰਚੇ ਹੋਏ ਸੀ। ਆਮ ਟ੍ਰੈਫਿਕ ਦੇ ਵਿੱਚ ਵੀ ਵਿਘਨ ਪਿਆ। ਪੈਟਰੋਲ ਪੰਪਾਂ ਤੇ ਵੀ ਤੇਲ ਪਵਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਪੁੱਤ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਿਤਾ ਬਲਕੌਰ ਸਿੰਘ ਨੇ ਭਾਵੁਕ ਤਕਰੀਰ ਕਰਦਿਆਂ ਪੰਜਾਬ ਨੂੰ ਅੱਗ ਵਿੱਚੋਂ ਕੱਢਣ ਦੀ ਹੂਕ ਮਾਰੀ। ਪਿਤਾ ਚਮਕੌਰ ਸਿੰਘ ਨੇ ਕਾਤਲਾਂ ਤੋਂ ਤੇ ਇਸ ਸਿਸਟਮ ਤੋਂ ਪੁੱਛਿਆ ਕਿ ਮੈਨੂੰ ਦੱਸਤਾ ਦਿਓ ਆਖਿਰ ਮੇਰੇ ਪੁੱਤ ਦਾ ਕਸੂਰ ਕੀ ਸੀ। ਸਰਕਾਰਾਂ ਨੂੰ ਬੇਨਤੀ ਵੀ ਕੀਤੀ
ਕੀਤੀ ਕਿ ਅੱਜ ਮੇਰਾ ਮੁੱਕਿਆ, ਕੱਲ ਨੂੰ ਕਿਸੇ ਦਾ ਵੀ ਮੁੱਕ ਸਕਦਾ ਹੈ, ਇਸ ਕਰਕੇ ਸਿਸਟਮ ਨੂੰ ਠੀਕ ਕਰ ਲਓ। ਉਹਨਾਂ ਸਵਾਲ ਵੀ ਚੁੱਕੇ ਕਿ ਨਾ ਤਾਂ ਸਿੱਧੂ ਦੀ ਕਿਸੇ ਨਾਲ ਲਾਗ ਡਾਟ ਸੀ, ਨਾ ਹੀ ਉਹਨੇ ਕਦੇ ਕਿਸੇ ਨਾਲ ਵਧੀਕੀ ਕੀਤੀ ਸੀ। ਜੇ ਉਹ ਇੰਨਾ ਹੀ ਗਲਤ ਹੁੰਦਾ ਤਾਂ ਉਹ ਆਪਣੇ ਨਾਲ ਨਿੱਜੀ ਸੁਰੱਖਿਆ ਰੱਖਦਾ, ਵੱਡੀ ਸੁਰੱਖਿਆ ਰੱਖਦਾ। ਜੇ ਉਸਨੂੰ ਡਰ ਸੀ, ਉਹ ਤਾਂ ਸਿੱਧਾ ਸਾਦਾ ਪੁੱਤ ਸੀ, ਉਸਨੂੰ ਕਿਸੇ ਦਾ ਕੋਈ ਡਰ ਪੈ ਨਹੀਂ ਸੀ ਕਿਉਂਕਿ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ। ਫਿਰ ਵੀ ਉਸਨੂੰ ਮਾਰ ਦਿੱਤਾ ਗਿਆ। ਕੀ ਤੋਂ ਜਾ ਕੇ ਪੁੱਛੀਏ ਕਿ ਉਹਨੂੰ ਕਿਉਂ ਮਾਰਿਆ। ਪਿਤਾ ਨੇ ਸ਼ੁਭਦੀਪ ਦੇ ਵੱਲੋਂ ਬਚਪਨ ਦੇ ਵਿੱਚ ਜਿਸ ਤਰੀਕੇ ਦਾ ਜੀਵਨ ਜੀਵਿਆ, ਜੋ ਹੰਡਾਇਆ ਅਤੇ ਜੋ ਸੰਘਰਸ਼ ਕੀਤਾ ਸਟੂਡੈਂਟ ਲਾਈਫ ਤੱਕ, ਉਹ ਗੱਲਾਂ ਦੱਸ ਕੇ ਸਾਰਿਆਂ ਨੂੰ ਭਾਵੁਕ ਵੀ ਕਰ ਦਿੱਤਾ। ਉਹਨਾਂ ਦੱਸਿਆ ਕਿ ਸ਼ੁਭਦੀਪ ਨੇ ਦੂਜੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕਾਫੀ ਸੰਘਰਸ਼ ਦੇ ਨਾਲ ਕੀਤੀ। ਸਾਈਕਲ ਤੇ ਰੋਜ਼ਾਨਾ 25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸਨੂੰ ਜਾਣਾ ਪੈਂਦਾ ਸੀ। ਜਦੋਂ ਵੱਡਾ ਹੋਇਆ ਤਾਂ ਜੇਬ ਖਰਚਾ ਘਰੋਂ ਮੰਗਣ ਦੀ ਥਾਂ ਆਪਣੇ ਗਾਣੇ ਵੇਚ ਕੇ ਆਪਣਾ ਖਰਚਾ ਚਲਾ ਲੈਂਦਾ ਸੀ। ਉਹਨਾਂ ਇਹ ਵੀ ਕਿਹਾ ਕਿ ਚਾਹੇ ਉਹਨਾਂ ਦੇ ਪੁੱਤ ਦਾ ਸਦਮਾ ਅਸਹਿ ਹੈ, ਪਰ ਲੋਕਾਂ ਦੇ ਮਿਲੇ ਪਿਆਰ ਨੇ ਉਹਨਾਂ ਨੂੰ ਜਿਉਣ ਦਾ ਸਹਾਰਾ ਜ਼ਰੂਰ ਦੇ ਦਿੱਤਾ। ਲੋਕਾਂ ਦਾ ਧੰਨਵਾਦ ਕੀਤਾ ਕਿ ਮੇਰੇ ਸਿਰ ਤੇ ਪਹਾੜ ਜਿੱਡਾ ਦੁੱਖ ਹੈ, ਜ਼ਿੰਦਗੀ 'ਚ ਕੋ ਹਨੇਰਾ ਹੋ ਗਿਆ, ਪਰ ਤੁਹਾਡੇ ਸਹਿਯੋਗ ਦੇ ਨਾਲ ਮੇਰਾ ਦੁੱਖ ਥੋੜਾ ਜਿਹਾ ਘਟਿਆ ਹੈ। ਅੱਜ ਅਸੀਂ ਕਿੱਥੋਂ ਕਿੱਥੇ ਤੱਕ ਪਹੁੰਚ ਗਏ ਹਾਂ, ਪਰ ਅਸੀਂ ਗੁਰਬਾਣੀ ਦੇ ਹੁਕਮ ਦੇ ਮੁਤਾਬਿਕ ਗੁਰਬਾਣੀ ਦੇ ਸਹਾਰੇ ਦੇ ਨਾਲ ਅਗਲੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਾਂਗੇ। ਪਿਤਾ ਨੇ ਸੋਸ਼ਲ ਮੀਡੀਆ ਦੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ। ਸ਼ਰਮਸਾਰ ਵੀ ਹੋਣਾ ਚਾਹੀਦਾ ਇੱਥੇ ਉਸ ਮੀਡੀਆ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਖਬਰਾਂ ਚਲਾਉਂਦੇ ਨੇ, ਝੂਠੀਆਂ ਖਬਰਾਂ, ਸਿਰਫ ਫੇਕ ਵਿਊਜ਼ ਅਤੇ ਪੈਸੇ ਕਮਾਉਣ ਦੀ ਖਾਤਰ ਚਲਾਉਂਦੇ ਨੇ। ਉਹਨਾਂ ਕਿਹਾ ਕਿ ਮੇਰੇ ਪਰਿਵਾਰ ਬਾਰੇ ਤੇ ਮੇਰੇ ਪੁੱਤ ਦੇ ਸਿਵੇ ਬਾਰੇ ਝੂਠੀਆਂ ਕਹਾਣੀਆਂ ਨਾ ਚਲਾਇਓ, ਪੈਸੇ ਨਾ ਕਮਾਇਓ। ਅਸੀਂ ਜਿਉਣਾ ਚਾਹੁੰਦੇ ਹਾਂ, ਇਸ ਤੋਂ ਬਾਅਦ ਹੁਣ ਅਸੀਂ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਗਲਤ ਖਬਰਾਂ ਨਾ ਚਲਾਇਓ। ਸੋਸ਼ਲ ਮੀਡੀਆ ਤੇ ਮੇਰੇ ਮੂਹਰੇ ਹੱਥ ਬੰਨ੍ਹ ਕੇ ਤੁਹਾਡੇ ਮੂਹਰੇ ਬੇਨਤੀ ਹੈ ਵੀਰੋ, ਦੁੱਖ ਅਸੀਂ ਪੁੱਤ ਦਾ ਜਰ ਲਾਂਗੇ। ਤੁਹਾਡੇ ਨਾਲ ਵਾਅਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਨਾ ਕਿਵੇਂ ਰੋੜਨ ਦਾ ਹੀਲਾ ਕਰ ਲਾਂਗੇ, ਪਰ ਮੇਰੇ ਪਰਿਵਾਰ ਨੂੰ, ਮੇਰੇ ਪੁੱਤ ਦੇ ਸਿਵੇ ਨੂੰ ਉਹ 'ਤੇ ਵੱਖ-ਵੱਖ ਖਬਰਾਂ ਨਾ ਬਣਾਇਓ, ਉਹਨੂੰ ਕਿਤੇ ਕਹਾਣੀਆਂ ਬਣਾ ਕੇ ਸਟੋਰੀਆਂ ਨਾ ਪਾਇਓ। ਮੈਂ ਪੁੱਤ ਗਵਾਇਆ, ਜਦੋਂ ਮੈਂ ਦੇਖਦਾ, ਮੈਂ ਫੋਨ ਨਹੀਂ ਦੇਖਿਆ ਵੀਰੋ ਜਿੱਦਣ ਦੀ ਘਟਨਾ ਹੋਈ ਹੈ। ਮੈਂ ਜਦੋਂ ਪੜ੍ਹਦਾ ਮੇਰਾ ਹਿਰਦਾ ਬਲੂੰਦਰੇ ਜਾਂਦਾ। ਮੇਰਾ ਬੱਚਾ ਬੇਹੱਦ ਸੰਤ ਸਾਲ ਸੁਭਾਅ ਦਾ ਬੱਚਾ ਸੀ। ਪਿਤਾ ਨੇ ਸਪਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਸਿੱਧੂ ਮੂਸੇਵਾਲੇ ਦਾ ਆਪਣਾ ਫੈਸਲਾ ਸੀ। ਕਹਿੰਦੇ ਮੈਂ ਤਾਂ ਉਹਨੂੰ ਇਹ ਵੀ ਕਿਹਾ ਸੀ ਕਿ ਤੂੰ ਹਲਕੇ ਉੱਤੇ ਨਹੀਂ ਵਿਸ਼ਵ ਤੇ ਰਾਜ ਕਰ ਰਿਹਾ, ਤੈਨੂੰ ਲੋੜ ਨਹੀਂ ਚੋਣਾਂ ਦੀ, ਪਰ ਉਹ ਚੋਣਾਂ ਲੜਨਾ ਚਾਹੁੰਦਾ ਸੀ, ਪੰਜਾਬ ਦਾ ਕੁਝ ਸਵਾਰਨਾ ਚਾਹੁੰਦਾ ਸੀ। ਇਸ ਮੌਕੇ ਪਿਤਾ ਨੇ ਪੁੱਤ ਦੇ ਕਤਲ ਦਾ ਇਨਸਾਫ ਲੈਣ ਦੇ ਲਈ ਜੰਗ ਜਾਰੀ ਰੱਖਣ ਦਾ ਐਲਾਨ ਵੀ ਕੀਤਾ, ਨਾਲ ਚੇਤਾਵਨੀ ਵੀ ਦਿੱਤੀ ਕਿ ਜੇ ਲੋੜ ਪਈ ਤਾਂ ਸੰਘਰਸ਼ ਛੇੜਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਨਾਲ ਹੀ ਅਪੀਲ ਵੀ ਕੀਤੀ ਕਿ ਕੋਈ ਵੀ ਅਗਲਾ ਪ੍ਰੋਗਰਾਮ ਸੰਘਰਸ਼ ਨੂੰ ਲੈ ਕੇ ਜੋ ਦੇਣਾ ਹੋਇਆ ਤਾਂ ਮੈਂ ਖੁਦ ਸਿੱਧੂ ਦੇ ਪੇਜ ਤੋਂ ਵੀਡੀਓ ਪਾ ਕੇ ਦਿਆ ਕਰਾਂਗਾ, ਹੋਰ ਕਿਸੇ ਵੀ ਸਰੋਤ ਦੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ। ਸਾਡੇ ਅਫੀਸ਼ੀਅਲ ਪੇਜ ਤੋਂ ਬਿਨਾਂ ਜੇ ਕੋਈ ਵੀ ਜਾਣਕਾਰੀ ਹੋਊਗੀ ਤੁਹਾਨੂੰ ਮਿਲੂਗੀ, ਉਹ ਤਾਂ ਝੂਠੀ ਹੀ ਮੰਨੀ ਜਾਵੇ। ਮਜਬੂਰ ਪਿਓ ਨੇ ਰੱਬ ਮੂਹਰੇ ਤਰਲਾ ਮਾਰਦਿਆਂ ਵੀ ਕਿਹਾ ਕਿ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਸੀ, ਫਿਰ ਵੀ ਇਸ ਅਕਹਿ ਤੇ ਅਸਹਿ ਦੁੱਖ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ। ਜਦੋਂ ਉਹਨਾਂ ਨੇ ਇਹ ਕਿਹਾ ਕਿ ਬਚਪਨ ਤਾਂ ਮਾੜਾ ਲੰਘਿਆ ਸੀ, ਹੁਣ ਬੁਢਾਪੇ ਵੇਲੇ ਵੀ ਬੁਰੇ ਦਿਨ ਆ ਗਏ, ਤਾਂ ਇਸ ਤੋਂ ਅੱਗੇ ਪਿਓ ਤੋਂ ਬੋਲਿਆ ਨਹੀਂ ਗਿਆ। ਫਤਿਹ ਬੁਲਾ ਕੇ ਲੋਕਾਂ ਦਾ ਧੰਨਵਾਦ ਕਰਕੇ ਉਹ ਬੈਠ ਗਏ। ਇਸ ਮੌਕੇ ਪਿਤਾ ਬਲਕੌਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮਾਫੀ ਮੰਗਦਿਆਂ ਇਹ ਵੀ ਕਿਹਾ ਕਿ ਜੇ ਮੇਰੇ ਪੁੱਤ ਨੇ ਕਦੇ ਵੀ ਕਿਸੇ ਨੂੰ ਬੁਰਾ ਭਲਾ ਬੋਲਿਆ ਹੋਵੇ ਤਾਂ ਮੈਂ ਉਸ ਦੇ ਵੱਲੋਂ ਮਾਫੀ ਚਾਹੁੰਦਾ ਹਾਂ। ਤੇ ਨਾਲ ਹੀ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਵੀ ਕੀਤਾ ਕਿ ਮੈਂ ਆਪਣੇ ਪੁੱਤ ਵਰਗਾ ਤਾਂ ਨਹੀਂ ਬਣ ਸਕਦਾ, ਮੈਂ ਸਿੱਧੂ ਤਾਂ ਨਹੀਂ ਬਣ ਸਕਦਾ, ਪਰ ਮੈਂ ਸਿੱਧੂ ਦੀ ਸੋਚ ਨੂੰ, ਉਸ ਦੇ ਗਾਣਿਆਂ ਨੂੰ ਆਉਂਦੇ 10 ਸਾਲਾਂ ਤੱਕ ਜ਼ਰੂਰ ਜਿਉਂਦਾ ਰੱਖਾਂਗਾ। ਸਿੱਧੂ ਨਾਲ ਪਿਆਰ ਬਣਾਈ ਰੱਖਿਓ। ਮੈਂ ਵਾਅਦਾ ਕਰਦਾ ਜਿੰਨੀ ਕਿ ਮੇਰੇ 'ਚ ਹਿੰਮਤ ਬਚੀ ਹੈ, ਮੈਂ ਆਪਣੇ ਬੱਚੇ ਨੂੰ, ਸਿੱਧੂ ਤਾਂ ਨਹੀਂ ਬਣ ਸਕਦਾ ਪਰ ਉਹਦੇ ਕਦਮਾਂ 'ਤੇ ਚੱਲਣ ਦੀ ਕੋਸ਼ਿਸ਼ ਕਰੂੰਗਾ। ਮੇਰੀ ਕੋਸ਼ਿਸ਼ ਹੈ ਵੀ ਹਲੇ ਸਿੱਧੂ ਨੂੰ ਮੈਂ 5-10 ਸਾਲ ਤੱਕ ਜਿਉਂਦਾ ਰੱਖਾਂ, ਕਿਉਂਕਿ ਸਿੱਧੂ ਗੀਤਾਂ ਰਾਹੀਂ ਤੁਹਾਡੇ ਕੰਨਾਂ ਦੇ ਵਿੱਚ ਵੱਜਦਾ ਰਹੂਗਾ। ਮੇਰਾ ਤੁਹਾਡੇ ਨਾਲ ਵਾਅਦਾ ਇਸ ਗੱਲ ਦਾ। ਮੈਂ ਜਿੰਨੀ ਹਿੰਮਤ ਦੇ ਨਾਲ ਪੁੱਤ ਦਾ ਸੰਸਕਾਰ ਕੀਤਾ, ਉਨੀ ਹਿੰਮਤ ਦੇ ਨਾਲ ਸਿੱਧੂ ਨੂੰ ਤੁਹਾਡੇ ਨਾਲ ਹਰ ਆਖਰੀ ਸਾਹ ਤੱਕ ਜੋੜਨ ਦੀ ਕੋਸ਼ਿਸ਼ ਰੱਖੂੰਗਾ। ਫਿਰ ਵੀ ਕੋਈ ਕਿਸੇ ਨੂੰ ਜ਼ਿਆਦਾ ਕੋਈ ਵੱਧ ਘੱਟ ਬੋਲ ਗਿਆ ਹੋਵਾਂ ਵੀਰੋ, ਅਣਜਾਣ ਦੁਖੀ ਬਾਪ ਸਮਝ ਕੇ ਮਾਫ ਕਰ ਦਿਓ। ਸ਼ੁਭਦੀਪ ਸਿੰਘ ਦੀ ਮਾਤਾ ਚਰਨ ਕੌਰ ਨੇ ਵੀ ਇਸ ਮੌਕੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ 29 ਮਈ ਨੂੰ ਐਸਾ ਕਾਲਾ ਦਿਨ ਚੜਿਆ ਜਿਸ ਨੇ ਸਾਡਾ ਸਾਰਾ ਕੁਝ ਖਤਮ ਕਰ ਦਿੱਤਾ, ਪਰ ਤੁਹਾਡੇ ਸਭ ਦੇ ਪਿਆਰ ਨੇ, ਸਹਿਯੋਗ ਨੇ ਮੇਰੇ ਸ਼ੁਭ ਨੂੰ ਜਿਉਂਦਾ ਕਰ ਦਿੱਤਾ। ਮੈਨੂੰ ਲੱਗਦਾ ਹੈ ਜਿਵੇਂ ਸ਼ੁਭ ਮੇਰੇ ਆਸ-ਪਾਸ ਹੀ ਹੈ। ਤੇ ਬੇਨਤੀਆਂ ਵੀ ਕੀਤੀਆਂ ਕਿ ਸ਼ੁਭਦੀਪ ਆਪਣੀ ਦਸਤਾਰ ਨੂੰ ਬਹੁਤ ਪਿਆਰ ਕਰਦਾ ਸੀ। ਮਾਤਾ ਪਿਤਾ ਨੂੰ ਬੜਾ ਪਿਆਰ ਸਤਿਕਾਰ ਉਹਨੇ ਦਿੱਤਾ ਜਿਸ ਨੂੰ ਅਸੀਂ ਕਦੇ ਭੁਲਾ ਨਹੀਂ ਸਕਾਂਗੇ। ਸ਼ਾਇਦ ਉਹਦੀ ਜ਼ਿੰਦਗੀ ਇੰਨੀ ਘੱਟ ਸੀ, ਇਸ ਕਰਕੇ ਉਹ ਸਾਰੀ ਜ਼ਿੰਦਗੀ ਦਾ ਪਿਆਰ ਸਾਨੂੰ ਹੁਣੇ ਹੀ ਦੇ ਗਿਆ।
ਮਾਂ ਨੇ ਕਿਹਾ ਹੈ ਕਿ ਦੋ ਚੀਜ਼ਾਂ ਨੂੰ ਪਿਆਰ ਕਰਦਾ ਸੀ, ਤੁਸੀਂ ਵੀ ਇਹਨਾਂ ਨੂੰ ਸਾਂਭ ਕੇ ਰੱਖਿਓ, ਦਸਤਾਰ ਨੂੰ ਸਾਂਭ ਕੇ ਰੱਖਿਓ, ਮਾਤਾ ਪਿਤਾ ਦਾ ਸਤਿਕਾਰ ਕਰਦੇ ਰਹੋ। ਤੇ ਹਰੇਕ ਬੱਚੇ ਤੇ ਬਜ਼ੁਰਗ ਨੂੰ ਮਾਂ ਨੇ ਅਪੀਲ ਕੀਤੀ ਕਿ ਮੂਸੇਵਾਲੇ ਦੇ ਨਾਂ ਤੇ ਇੱਕ ਇੱਕ ਰੁੱਖ ਜ਼ਰੂਰ ਲਾਇਓ, ਉਹਨੂੰ ਪਾਲਿਓ, ਉਹਨੂੰ ਪਲਦਾ ਹੋਇਆ ਦੇਖਿਓ ਤਾਂ ਕਿ ਮੇਰੇ ਸੀਨੇ ਠੰਡ ਪੈਂਦੀ ਰਹੇ। ਪ੍ਰਦੂਸ਼ਣ ਬਹੁਤ ਵੱਧ ਚੁੱਕਿਆ। ਮੈਂ ਹਰ ਇੱਕ ਬੱਚੇ ਨੂੰ, ਹਰ ਇੱਕ ਮੇਰੇ ਬਜ਼ੁਰਗ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਉਸ ਦੇ ਨਾਮ ਦਾ ਇੱਕ ਇੱਕ ਰੁੱਖ ਲਾ ਕੇ ਉਹਨੂੰ ਛੱਡਣਾ ਨਹੀਂ, ਉਹਨੂੰ ਪਾਲਣਾ ਹੈ, ਉਸ ਨੂੰ ਬੋੜ ਦੀ ਤਰ੍ਹਾਂ ਵਧਾਉਣਾ ਹੈ ਤਾਂ ਜੋ ਮੈਨੂੰ ਕੁਛ ਨਾ ਕੁਛ ਸ਼ਾਂਤੀ ਮਿਲ ਸਕੇ। ਇੰਨੀਆਂ ਗੱਲਾਂ ਕਰਦੀ ਹੋਈ ਮੈਂ ਖਿਮਾਲੀ ਜਾ ਚੁੱਕਾ। ਇੱਥੇ ਪਹੁੰਚਣ ਦੇ ਸਭ ਦਾ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਮੂਸੇਵਾਲੇ ਨੂੰ 29 ਮਈ ਨੂੰ ਮਾਨਸਾ ਦੇ ਪਿੰਡ ਜਵਾਰਕੇ ਦੇ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ ਸੀ। ਸਮਾਗਮ ਦੇ ਵਿੱਚ ਪਹੁੰਚੇ ਲੋਕਾਂ ਨੇ ਸਿੱਧੂ ਦਾ ਇਨਸਾਫ ਮਿਲਣ ਤੱਕ ਪਰਿਵਾਰ ਨਾਲ ਡਟ ਕੇ ਖੜਨ ਦਾ ਅਹਿਦ ਲਿਆ ਤੇ ਗੋਲਡੀ ਬਰਾੜ ਨੂੰ ਪੰਜਾਬ ਲਿਆਂਦੇ ਜਾਣ ਦੀ ਮੰਗ ਵੀ ਕੀਤੀ। ਗੋਲਡੀ ਬਰਾੜ ਉਹੀ ਹੈ ਜਿਸ ਨੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ 2 ਘੰਟੇ ਬਾਅਦ ਸੋਸ਼ਲ ਮੀਡੀਆ ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ। ਲੋਕਾਂ ਨੇ ਇਲਜ਼ਾਮ ਲਾਇਆ ਕਿ ਗੈਂਗਸਟਰ ਅਕਾਲੀਆਂ ਤੇ ਕਾਂਗਰਸੀਆਂ ਨੇ ਪੈਦਾ ਕੀਤੇ ਨੇ, ਜਿਨ੍ਹਾਂ ਨੂੰ ਇਹ ਜੇਲ੍ਹਾਂ ਦੇ ਵਿੱਚ ਜਵਾਈ ਬਣਾ ਕੇ ਰੱਖਦੇ ਨੇ। ਇਹਨਾਂ ਗੈਂਗਸਟਰਾਂ ਨੂੰ ਫਾਂਸੀ ਤੇ ਲਟਕਾ ਦੇਣਾ ਚਾਹੀਦਾ ਹੈ। ਅਸੀਂ ਨੇ ਕਰਿਆ ਸਾਰੇ ਕਬੂਲ ਕਰ ਰਹੇ ਨੇ, ਉਹਨਾਂ ਨੂੰ ਕਿਉਂ ਨਹੀਂ ਫੜਦੀ? ਫਿਰ ਇੱਕ ਹੋਰ ਜੀ, ਜੇਲ੍ਹਾਂ ਦੇ ਵਿੱਚ ਗੈਂਗਸਟਰ ਬੰਦ ਕੀਤੇ ਹੋਏ ਨੇ, ਠੀਕ ਹੈ ਜੀ, ਵੀਡੀਓ ਪਾਉਂਦੇ ਨੇ, ਪੋਸਟਾਂ ਪਾਉਂਦੇ ਨੇ, ਉਹਨਾਂ ਕੋਲ ਫੋਨ ਕਿਵੇਂ ਜਾਂਦੇ ਨੇ, ਠੀਕ ਹੈ ਜੀ, ਉਹ ਪੋਸਟਾਂ ਕਿਵੇਂ ਪਾਉਂਦੇ ਨੇ? ਸਰਕਾਰ, ਪੁਲਿਸ ਵਾਲੇ ਜਿਹੜੇ ਸੁਪਰਡੈਂਟ ਨੇ ਜੀ, ਉਹ ਕਿਉਂ ਨਹੀਂ ਉਹਨਾਂ ਤੇ ਸਖਤਾਈ ਕਰਦੇ? ਉਹਨਾਂ ਤੋਂ ਕੋਈ ਉਹਨਾਂ ਨੇ ਖੇਤੀ ਨਹੀਂ ਕਰਾਉਣੀ ਜਾਂ ਕਾਡਾ ਨਹੀਂ ਕਢਾਉਣਾ? ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਨੇ ਉਹਨਾਂ ਨੂੰ ਕਿਉਂ ਨਹੀਂ ਫਾਂਸੀ ਦਿੰਦੇ? ਇਹਨਾਂ ਨੂੰ ਜਾਂ ਗੋਲੀ ਮਾਰ ਦਿੱਤੀ ਜਾਵੇ। ਗੱਡੀਆਂ ਚ ਆ ਰਹੇ ਨੇ, ਬੁਲਟ ਪ੍ਰੂਫ ਜੈਕਟਾਂ ਪਾਈਆਂ ਨੇ, ਸਰਕਾਰ ਉਹਨਾਂ ਨੂੰ ਪਹਿਲਾਂ ਪਾਲਦੀ ਹੈ, ਜਦੋਂ ਲੋੜ ਹੁੰਦੀ ਹੈ ਫਿਰ ਵਰਤੀ ਜਾ ਰਹੀ ਹੈ। ਜਿਵੇਂ ਲੱਖਾ ਸਿਧਾਣਾ ਜੀ ਮਲੂਕੇ ਨੇ ਵਰਤਿਆ, ਸੁਖਬੀਰ ਬਾਦਲ ਵਰਤ ਰਿਹਾ ਹੈਗਾ। ਦੋ ਪਾਰਟੀਆਂ ਨੇ ਜਿਹੜੇ ਗੈਂਗਸਟਰ ਮਤਲਬ ਪੈਦਾ ਕੀਤੇ ਨੇ, ਦੋ ਪਾਰਟੀਆਂ ਨੇ ਕਰੇ ਨੇ ਜੀ, ਇੱਕ ਕਾਂਗਰਸ ਇੱਕ ਅਕਾਲੀ, ਠੀਕ ਹੈ ਜੀ। ਇਹ ਦੋਹੇ ਪਾਰਟੀਆਂ ਨੇ ਗੈਂਗਸਟਰ ਤਿਆਰ ਕੀਤੇ ਨੇ। ਹੌਲੀ ਹੌਲੀ ਇਹ ਆਪਣੀ ਜਿਹੜੀ ਪੀੜ੍ਹੀ ਹੈ ਸਾਰੀ ਨੂੰ ਖਤਮ ਕਰਨਾ ਚਾਹੁੰਦੇ ਨੇ ਜੀ, ਠੀਕ ਆ। ਸਰਕਾਰ ਦਾ ਇਹਦੇ ਵਿੱਚ ਹੱਥ ਆ, ਠੀਕ ਆ ਜੀ। ਨਹੀਂ, ਉਹਨਾਂ ਦੇ ਜਵਾਈ ਨਹੀਂ ਹੈਗੇ ਜੇ ਗੈਂਗਸਟਰ ਜਿਨ੍ਹਾਂ ਨੂੰ ਉਹ ਜੇਲ੍ਹਾਂ ਦੇ ਵਿੱਚ ਰੱਖੀ ਬੈਠੇ ਨੇ, ਉਹਨਾਂ ਨੂੰ ਫਾਂਸੀ ਦਿੱਤੀ ਜਾਵੇ, ਗੋਲੀ ਮਾਰ ਦੇਣ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ। ਸਾਰਾ ਪ੍ਰਬੰਧ ਤਖਤ ਸ੍ਰੀ ਦਮਦਮਾ ਸਾਹਿਬ ਸਮੇਤ ਮਾਲਵਾ ਇਲਾਕੇ ਦੇ 13 ਗੁਰਦੁਆਰਿਆਂ ਨੇ ਕੀਤਾ। 225 ਦੇ ਕਰੀਬ ਐਸਜੀਪੀਸੀ ਮੁਲਾਜ਼ਮ 7 ਜੂਨ ਦੀ ਸ਼ਾਮ ਤੋਂ ਹੀ ਲੰਗਰਾਂ ਦੇ ਪ੍ਰਬੰਧਾਂ ਵਿੱਚ ਜੁਟੇ ਹੋਏ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਵੀ ਨੌਜਵਾਨਾਂ ਨੇ ਪਾਣੀ ਦੇ ਟੈਂਕਰ ਭਰ ਕੇ ਇੱਥੇ ਲਿਆਂਦੇ। ਗਰਮੀ ਦੇ ਮਾਹੌਲ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਮੰਡੀ ਦੇ ਵਿਚਾਲੇ, ਮਾਨਸਾ ਦੀ ਨਵੀਂ ਅਨਾਜ ਮੰਡੀ ਦੇ ਵਿਚਾਲੇ ਸ਼ੈੱਡ ਦੇ ਵਿੱਚ ਪੰਡਾਲ ਬਣਾਇਆ ਗਿਆ। ਆਮ ਲੋਕਾਂ ਦੇ ਪਹੁੰਚਣ ਲਈ 29 ਗੇਟ ਬਣਾਏ ਗਏ। ਹਰ ਗੇਟ ਤੇ ਸਿਕਿਉਰਿਟੀ ਵੀ ਚੈੱਕ ਕੀਤੀ ਗਈ। ਮੰਡੀ ਦੇ 4 ਗੇਟ ਸਨ, ਜਿਨ੍ਹਾਂ ਦੇ ਵਿੱਚੋਂ 2 ਖੋਲੇ ਗਏ। ਗੇਟ ਨੰਬਰ 1 ਵੀਆਈਪੀ ਅਤੇ ਗੇਟ ਨੰਬਰ 2 ਆਮ ਜਨਤਾ ਦੇ ਲਈ ਖੋਲ ਕੇ ਰੱਖਿਆ ਗਿਆ। ਵੀ ਜੀ ਉਹ ਇਨਸਾਨ ਪੰਜਾਬ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਇਨਸਾਨ ਸੀ, ਜਿਹਨੇ ਹਮੇਸ਼ਾ ਹੀ ਦਸਤਾਰ ਤੇ ਕੇਸਾਂ ਨੂੰ ਰੈਪਰੈਜ਼ੈਂਟ ਕੀਤਾ, ਔਰ ਉਹਨੂੰ ਦੇਖ ਕੇ ਅੱਜ ਸਾਡੇ ਨੌਜਵਾਨਾਂ ਨੂੰ ਚਾਹੀਦਾ ਉਹਨੂੰ ਵੇਖ ਕੇ ਦਸਤਾਰਧਾਰੀ ਹੋਣ, ਅਮਰ ਛਕਣ ਤੇ ਸਿੰਘ ਸਜਣਾ। ਇਸ ਮੌਕੇ ਨੌਜਵਾਨ ਏਕਤਾ ਨਾਮ ਦੇ ਗਰੁੱਪ ਦੇ ਵੱਲੋਂ ਰਮਦਿੱਤੇਵਾਲਾ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਬੂਟਿਆਂ ਦਾ ਲੰਗਰ ਵੀ ਲਾਇਆ ਗਿਆ। ਕਈ ਨੌਜਵਾਨਾਂ ਨੇ ਰਲ ਕੇ ਖੂਨਦਾਨ ਕੈਂਪ ਵੀ ਲਾਏ। ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ, ਅਸੀਂ ਬੂਟਿਆਂ ਦਾ ਲੰਗਰ ਬਾਈ ਸ਼ੁਭਦੀਪ ਜੀ ਦੀ ਯਾਦ ਵਿੱਚ ਲਾਇਆ। ਅਗਰ ਕੋਈ ਵੀ ਸੰਗਤ ਵੀਰ ਇੱਥੋਂ ਬੂਟੇ ਲੈ ਕੇ ਜਾਣਾ ਚਾਹੁੰਦੀ ਉਹ ਲੈ ਕੇ ਜਾਓ, ਇਹਨੂੰ ਕਾਮਯਾਬ ਕਰੋ। ਸਭ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਜੀ ਇਹ, ਠੀਕ ਹੈ। ਵਾਤਾਵਰਨ ਨੂੰ ਪਿਆਰ ਬਾਈ ਸ਼ੁਭਦੀਪ ਜੀ ਕਰਦੇ ਸੀ, ਵੈਸੇ ਵੀ ਸਾਡੇ ਵਾਤਾਵਰਨ ਵਾਸਤੇ ਬੂਟਿਆਂ ਦੀ ਅੱਜ ਲਗਾਉਣ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ। ਬਹੁਤ ਵਧੀਆ ਸੰਦੇਸ਼ ਜਿਹੜਾ ਤੁਸੀਂ ਲੈ ਕੇ ਚੱਲ ਰਹੇ ਹੋ ਕਿ ਬੂਟੇ ਦੇ। ਤੇ ਇਸ ਤੋਂ ਇਲਾਵਾ ਜੇ ਉਹਨਾਂ ਦੀ ਪਰਿਵਾਰ ਨੂੰ ਇੱਕ ਸੰਵੇਦਨਾ ਦੇ 2 ਸ਼ਬਦ ਕਹਿਣੇ ਹੁਣ ਉਹਨਾਂ ਦੇ ਪਰਿਵਾਰ ਦੇ ਲਈ ਤਾਂ ਕੀ ਕਹੋਗੇ? ਪਰਿਵਾਰ ਲਈ ਭਾਣਾ ਮੰਨਣਾ, ਵਾਹਿਗੁਰੂ ਕਿਰਪਾ ਕਰਨ, ਭਾਣਾ ਮੰਨਣ ਦੇ ਯੋਗ ਹੋਣ। ਸਾਡੇ ਅੰਕਲ ਆਂਟੀ, ਸਾਡਾ ਰਿਲੇਸ਼ਨ ਆ ਉਹਨਾਂ ਨਾਲ ਪਰਸਨਲ, ਅਸੀਂ ਉਹਨਾਂ ਦੇ ਬੇਨਤੀ, ਅਸੀਂ ਵੀ ਉਹਨਾਂ ਦੇ ਪੁੱਤਾਂ ਵਰਗੇ ਆ। ਪਰ ਜਿਹੜਾ ਇਹ ਦੁੱਖ ਮਾਨਸਾ ਜ਼ਿਲ੍ਹੇ ਲਈ, ਉਹਨਾਂ ਦੇ ਪਰਿਵਾਰ ਲਈ ਹੈ, ਇਹ ਬਹੁਤ ਹੀ ਵੱਡਾ ਘਾਟਾ ਗਾ ਜਿਹੜਾ ਕਿ ਕਦੇ ਨਹੀਂ ਪੂਰਾ ਹੋ ਸਕਦਾ। ਮਾਨਸਾ ਜ਼ਿਲ੍ਹਾ PB 31 ਜਿਹੜਾ ਕਿ ਪਿਛੜਿਆ ਹੋਇਆ ਦੱਸਿਆ ਜਾਂਦਾ ਸੀ, ਸਿੱਧੂ ਦੀ ਸੋਚ ਨੇ, ਉਹਦੇ ਗੀਤਾਂ ਨੇ ਸਾਨੂੰ ਉਹ ਕਲੰਕ ਤੋਂ ਲਾਹ ਦਿੱਤਾ ਸੀਗਾ। ਅਸੀਂ ਇੱਕ ਫਾਰਵਰਡ ਦੇ ਵਿੱਚ ਤੇ ਉਹਨਾਂ ਦੀ ਸੋਚ ਨੂੰ ਕਰ ਦਿੱਤੇ ਸੀ। ਸਿੱਧੂ ਮੂਸੇਵਾਲਾ ਪਰਿਵਾਰ ਸਮੇਤ ਐਡਾ ਵੱਡਾ ਸੁਪਰਸਟਾਰ ਹੋ ਕੇ, ਵਰਲਡ ਸਟਾਰ ਹੋ ਕੇ ਪਿੰਡਾਂ ਵਿੱਚ ਰਹਿ ਰਿਹਾ ਸੀਗਾ। ਇਹ ਜੀ ਪਰਸਨੈਲਿਟੀ ਮਿਲਣੀ ਸਾਡੇ ਲਈ ਦੁਬਾਰਾ ਬਹੁਤ ਜ਼ਿਆਦਾ ਮੁਸ਼ਕਲ ਹੈ। ਸਰਦਾਰੀਆਂ ਟਰਸਟ ਨੇ ਸ਼ੁਭਦੀਪ ਸਿੰਘ ਦੀ ਯਾਦ ਵਿੱਚ ਦਸਤਾਰਾਂ ਦਾ ਲੰਗਰ ਲਾਇਆ। ਟਰਸਟ ਨੇ ਮੂਸੇਵਾਲੇ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਪਹੁੰਚੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਨੌਜਵਾਨ ਦਸਤਾਰਾਂ ਬਣਵਾ ਕੇ ਇਸ ਅਰਦਾਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਅਤੇ ਜਿਹੜੇ ਘਰੋਂ ਪੱਗਾਂ ਬੰਨ੍ਹ ਕੇ ਨਹੀਂ ਆਏ ਜਾਂ ਫਿਰ ਜਿਨ੍ਹਾਂ ਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ, ਉਹਨਾਂ ਨੂੰ ਟਰਸਟ ਦੇ ਵੱਲੋਂ ਦਸਤਾਰਾਂ ਖੁਦ ਵੀ ਸਜਾਈਆਂ ਗਈਆਂ। ਆਪਣੇ ਜਿੰਨਾ ਚਿਰ ਜਿਉਂਦੇ ਆ ਤਾਂ ਆਪਣੀ ਨਿਗਾਹ 'ਚ ਕੋਈ ਜੰਮਣਾ ਜੀ, ਉਦੋਂ ਬਾਅਦ ਹੋ ਸਕਦਾ ਕੋਈ ਆ ਜੇ, ਕਿਉਂਕਿ ਪਹਿਲਾਂ ਜਿਵੇਂ ਚਮਕੀਲਾ ਸੀ ਜੀ ਕਹਿੰਦੇ ਸੀ ਲੋਕ, ਉਸ ਤੋਂ ਬਾਅਦ ਬਾਈ ਤੋੜ ਸੀ ਚਮਕੀਲੇ ਦਾ ਜੀ,
ਹਨਾ। ਤੇ ਬਾਕੀ ਇਹੀ ਕੰਮ ਬਹੁਤ ਮਾੜਾ ਕੰਮ ਕਰਿਆ ਤੇ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ, ਕਰ ਰਹੀਆਂ ਹਨਾ। ਸਾਰੇ ਪਾਸੇ ਬੁਰਾ ਹਾਲ ਆ ਜੀ ਬਸ, ਤੇ ਤੁਸੀਂ ਰੋਜ਼ ਦੇਖ ਹੀ ਰਹੇ ਹੋ ਜੀ ਹਨਾ। ਤੇ ਬਾਕੀ परमात्मा बाई नूं आपदे चरनां 'च जगह देवे। ਇੱਥੇ ਨੌਜਵਾਨਾਂ ਨੇ ਸਿੱਧੂ ਮੂਸੇਵਾਲੇ ਦੀਆਂ ਲਿਖਤਾਂ ਵਾਲੇ ਪੋਸਟਰ ਵੀ ਆਪਣੇ ਹੱਥਾਂ ਵਿੱਚ ਫੜੇ ਹੋਏ ਸਨ। ਇਹਨਾਂ ਪੋਸਟਰਾਂ ਤੇ ਲਿਖਿਆ ਹੋਇਆ ਸੀ, ਸਾਡੀਆਂ ਕਰੀਆਂ ਹਮਾਇਤਾਂ ਦੇ ਸਾਨੂੰ ਹਰਜਾਨੇ ਭਰਨੇ ਪਏ, ਕਈ ਆਮੋ ਖਾਸ ਹੋਏ, ਕਈ ਖਾਸੋਂ ਆਮ ਕਰਨੇ ਪਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪਰਿਵਾਰ ਦੇ ਨਾਲ ਅਫਸੋਸ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਗਾਇਕ ਸਿੱਧੂ ਮੂਸੇਵਾਲੇ ਦੇ ਤੁਰ ਜਾਣ ਨਾਲ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਡੂੰਘਾ ਸਦਮਾ ਪਹੁੰਚਿਆ ਹੈ ਤੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸਿੱਧੂ ਮੂਸੇਵਾਲਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਮੁੱਖ ਮੰਤਰੀ ਦੇ ਵੱਲੋਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਰਿਵਾਰ ਨੂੰ ਸੋਗ ਸੰਦੇਸ਼ ਸੌਂਪਿਆ, ਜਿਸ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੁੱਖ ਦੀ ਇਸ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਸਾਰੀ ਸੂਬਾ ਸਰਕਾਰ ਸੰਗੀਤ ਜਗਤ ਦੇ ਹੀਰੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ, ਜਿਸ ਨੇ ਸੰਗੀਤ ਅਤੇ ਮਨੋਰੰਜਨ ਦੇ ਖੇਤਰ ਵਿੱਚ ਆਪਣੇ ਦਮ ਤੇ ਮੁਕਾਮ ਹਾਸਲ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਰ ਜਵਾਨੀ ਦੇ ਵਿੱਚ ਪੁੱਤ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਪਰਿਵਾਰ ਦੇ ਲਈ ਅਸਹਿ ਤੇ ਅਕਹਿ ਹੈ। ਉਹਨਾਂ ਦੇ ਤੁਰ ਜਾਣ ਨਾਲ ਸੰਗੀਤ ਜਗਤ ਵਿੱਚ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਵਿੱਖ ਵਿੱਚ ਪੂਰਨਾ ਬਹੁਤ ਮੁਸ਼ਕਿਲ ਹੈ। ਪਰਿਵਾਰਕ ਮੈਂਬਰਾਂ ਤੇ ਸਾਕ ਸੰਬੰਧੀਆਂ ਦੇ ਨਾਲ ਦਿਲੀ ਹਮਦਰਦੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਮੂਹਰੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਦੀਵੀ ਨਿਵਾਸ ਦੇਣ ਤੇ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ, ਗੁਰਮੀਤ ਸਿੰਘ ਖੁੱਡੀਆਂ, ਬਲਕਾਰ ਸਿੰਘ ਸਿੱਧੂ ਤੇ ਨਰਿੰਦਰ ਕੌਰ ਭਰਾਜ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਸੋ ਮੂਸੇਵਾਲੇ ਦੀ ਮੌਤ ਦਾ ਭੋਗ 11ਵੇਂ ਦਿਨ ਪਿਆ ਹੈ, ਪਰ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਦੇ ਖਾਲੀ ਨੇ ਇਸ ਹਾਈ ਪ੍ਰੋਫਾਈਲ ਕਤਲ ਕਾਂਡ ਦੇ ਵਿੱਚ। ਹਾਲਾਂਕਿ ਭੋਗ ਤੋਂ ਇੱਕ ਦਿਨ ਪਹਿਲਾਂ 7 ਜੂਨ ਨੂੰ ਪੰਜਾਬ ਪੁਲਿਸ ਨੇ ਟਵਿੱਟਰ ਹੈਂਡਲ ਤੋਂ ਜਾਣਕਾਰੀ ਸਾਂਝੀ ਕੀਤੀ ਸੀ। ਪ੍ਰੈਸ ਨੋਟ ਵੀ ਜਾਰੀ ਕੀਤਾ ਸੀ ਕਿ ਹੁਣ ਤੱਕ ਰੈਕੀ ਕਰਨ ਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਵਾਲੇ 8 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿੱਟ ਹੈ ਜਿਹੜੀ ਪੰਜਾਬ ਪੁਲਿਸ ਦੀ, ਉਸਨੇ 4 ਸ਼ੂਟਰਾਂ ਦੀ ਪਛਾਣ ਵੀ ਕਰ ਲਈ ਹੈ। ਜਿਸਨੇ ਮੂਸੇਵਾਲੇ ਦੇ ਨਾਲ ਸੈਲਫੀ ਕਰਵਾਈ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਉਸ ਤੋਂ ਇੱਕ ਦਿਨ ਪਹਿਲਾਂ ਪੁਲਿਸ ਨੇ 8 ਸ਼ੂਟਰਾਂ ਦੀ ਪਛਾਣ ਬਾਰੇ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਸੀ। ਮੂਸੇਵਾਲਾ ਕਤਲ ਕੇਸ ਦੇ ਵਿੱਚ ਹੁਣ ਤੱਕ ਕੀ ਹੋਇਆ ਉਹ ਤੁਹਾਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਦੱਸ ਦਿੰਦੇ ਹਾਂ। 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ ਕਰੀਬ 5:30 ਪੌਣੇ 6 ਵਜੇ ਕੁਝ ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ, ਜਿਸ ਵਿੱਚ ਸਿੱਧੂ ਮੂਸੇਵਾਲੇ ਦੀ ਮੌਤ ਹੋ ਗਈ ਸੀ। 29 ਮਈ ਨੂੰ ਹੀ ਪੰਜਾਬ ਪੁਲਿਸ ਦੇ ਡੀਜੀਪੀ ਵੀਕੇ ਭੰਵਰਾ ਨੇ ਇਸ ਕਤਲ ਨੂੰ ਗੈਂਗ ਵਾਰ ਦੱਸਿਆ ਸੀ, ਜਿਸ ਦਾ ਕਾਫੀ ਵਿਰੋਧ ਹੋਇਆ ਸੀ। ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ ਤੇ ਇਸ ਕਤਲ ਨੂੰ ਵਿੱਕੀ ਮਿੱਡੂ ਖੇੜਾ ਕਤਲ ਦਾ ਹਿੱਸਾ ਦੱਸਿਆ। 30 ਮਈ ਨੂੰ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਬਣਾਉਣ ਅਤੇ ਹਾਈਕੋਰਟ ਨੂੰ ਸਿਟਿੰਗ ਜੱਜ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ, ਜਿਸ ਨੂੰ ਬਾਅਦ ਵਿੱਚ ਹਾਈਕੋਰਟ ਨੇ ਠੁਕਰਾ ਦਿੱਤਾ ਸੀ। 30 ਮਈ ਸ਼ਾਮ ਨੂੰ ਡਾਕਟਰਾਂ ਨੇ ਸਿੱਧੂ ਮੂਸੇਵਾਲੇ ਦਾ ਪੋਸਟਮਾਰਟਮ ਕੀਤਾ। ਦਾਅਵਾ ਕੀਤਾ ਗਿਆ ਕਿ ਉਸਦੇ ਸਰੀਰ ਦੇ ਵਿੱਚ 19 ਗੋਲੀਆਂ ਲੱਗੀਆਂ ਨੇ, ਜਿਸ ਨਾਲ ਉਸਦੀ 15 ਮਿੰਟ ਬਾਅਦ ਹੀ ਮੌਤ ਹੋ ਗਈ ਸੀ। 30 ਮਈ ਨੂੰ ਹੀ ਪੁਲਿਸ ਨੇ ਉੱਤਰਾਖੰਡ ਤੋਂ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਵੱਡਾ ਸੁਰਾਗ ਮਿਲਣ ਦਾ ਦਾਅਵਾ ਕੀਤਾ। 31 ਮਈ ਨੂੰ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਪਿੰਡ ਮੂਸਾ ਦੇ ਵਿੱਚ ਹੀ ਉਹਨਾਂ ਦੇ ਖੇਤ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ, ਅੰਤਿਮ ਸੰਸਕਾਰ ਕੀਤਾ ਗਿਆ। 3 ਜੂਨ ਨੂੰ ਪੁਲਿਸ ਨੇ ਫਤਿਹਾਬਾਦ ਹਰਿਆਣਾ ਤੋਂ ਦਵਿੰਦਰ ਕਾਲਾ ਤੇ ਉਸ ਦੇ ਨਾਲ ਇੱਕ ਹੋਰ ਨੌਜਵਾਨ ਨੂੰ ਫੜਨ ਦਾ ਦਾਅਵਾ ਕੀਤਾ। 7 ਜੂਨ ਨੂੰ ਪੰਜਾਬ ਪੁਲਿਸ ਨੇ ਸਿੱਧੂ ਕਤਲ ਕੇਸ ਦੇ 4 ਸ਼ਾਰਪ ਸ਼ੂਟਰਾਂ ਦੀ ਸ਼ਨਾਖਤ ਕਰਨ ਤੇ 8 ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਸਿੱਧੂ ਦਾ ਪਰਿਵਾਰ ਚਾਹੁੰਦਾ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ। ਇਸ ਦੇ ਲਈ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਵੀ ਕੀਤੀ ਤੇ 8 ਜੂਨ ਨੂੰ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਕੀਤੀ ਗਈ। ਇਸ ਪੂਰੇ ਮਸਲੇ ਦੇ ਵਿੱਚ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਵੱਡੇ ਸਵਾਲ ਕੀਤੇ ਨੇ। ਸਿੱਧੂ ਮੂਸੇਵਾਲੇ ਦੇ ਕਤਲ ਦੇ ਲਈ ਕਹਿੰਦੇ ਸਾਰਾ ਡਰਾਮਾ ਰਚਿਆ ਗਿਆ ਸੀ। ਇਹ ਉਹਨਾਂ ਨੇ ਕਿਉਂ ਕਿਹਾ ਹੈ? ਮੂਸੇਵਾਲੇ ਦੇ ਭੋਗ ਦੇ ਮੌਕੇ ਉਹਨਾਂ ਨੇ ਕਿਹਾ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਤਮਿਕ ਸ਼ਾਂਤੀ ਦੀ ਅਰਦਾਸ ਵੀ ਕੀਤੀ ਅਤੇ ਟਵੀਟ ਕੀਤਾ ਕਿ ਹੁਣ ਪੰਜਾਬ ਸਰਕਾਰ ਨੇ 424 VIPs ਦੀ ਸੁਰੱਖਿਆ ਬਹਾਲ ਕਰ ਦਿੱਤੀ ਹੈ। ਕੀ ਭਗਵੰਤ ਮਾਨ ਦੀ ਸਰਕਾਰ ਵਿੱਚੋਂ ਕੋਈ ਵੀ ਸਿਕਿਉਰਿਟੀ ਵਾਪਸ ਲੈਣ ਵਾਲੇ ਸਟੰਟ ਦੀ ਹੋਈ ਕੁਤਾਹੀ ਦੀ ਕੋਈ ਜ਼ਿੰਮੇਵਾਰੀ ਚੁੱਕੇਗਾ, ਜਿਸ ਕਰਕੇ ਸਾਡਾ ਹੋਣਹਾਰ ਨੌਜਵਾਨ ਮਾਰਿਆ ਗਿਆ? ਜੇ ਨਹੀਂ ਤਾਂ ਇਸ ਦਾ ਮਤਲਬ ਹੈ ਕਿ ਸਾਰਾ ਡਰਾਮਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਲਈ ਰਚਿਆ ਗਿਆ ਸੀ। ਇੱਕ ਵੱਡਾ ਇਲਜ਼ਾਮ ਖਹਿਰਾ ਇੱਥੇ ਲਾ ਰਹੇ ਨੇ। ਇਸੇ ਤਰ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਮੂਸੇਵਾਲੇ ਦੇ ਅੰਤਿਮ ਅਰਦਾਸ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ, ਪਰਿਵਾਰ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਰਾਜਾ ਵੜਿੰਗ ਨੇ ਟਵੀਟ ਕੀਤਾ, ਅਲਵਿਦਾ ਮੇਰੇ ਭਰਾ, ਦੁਨੀਆ ਦੇ ਲਈ ਉਹ ਇੱਕ ਮਹਾਨ ਗਾਇਕ ਸੀ, ਮੇਰੇ ਲਈ ਉਹ ਇੱਕ ਛੋਟੇ ਭਰਾ ਵਰਗਾ ਸੀ।
ਉਹ ਹਮੇਸ਼ਾ ਮੇਰੇ ਵਿਚਾਰਾਂ ਤੇ ਯਾਦਾਂ ਵਿੱਚ ਰਹੇਗਾ। ਉਹਦੇ ਮਾਪਿਆਂ ਦੇ ਲਈ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜਾ ਰਹਾਂਗਾ। ਸੋ ਅਖੀਰ ਤੇ ਇਹੀ ਕਹਾਂਗੇ, ਕਈ ਲੋਕ ਉਹਨੂੰ ਗੈਂਗਸਟਰ ਦੱਸਦੇ ਨੇ ਪਰ ਉਹ ਗੰਦੇ ਸਿਸਟਮ ਦੀ ਭੇਂਟ ਚੜ ਗਿਆ। ਉਹ ਟੁਪਾਕ ਸ਼ਾਕੁਰ ਦਾ ਜਨੂਨੀ ਪ੍ਰਸ਼ੰਸਕ ਸੀ ਤੇ ਆਖਿਰਕਾਰ ਉਸੇ ਤਰ੍ਹਾਂ ਦੀ ਹੀ ਮੌਤ ਮਰ ਗਿਆ ਤੇ ਆਪਣੇ ਕੁਝ ਦਿਨ ਪਹਿਲਾਂ ਕੱਢੇ ਗਾਣੇ ਦਾ ਲਾਸਟ ਰਾਈਡ ਦੇ ਬੋਲ ਆਪਣੇ ਉੱਤੇ ਹੀ ਸੱਚ ਕਰ ਗਿਆ। ਲੋਕ ਭਾਵੇਂ ਉਸ ਨੂੰ ਕੁਝ ਵੀ ਕਹਿਣ ਪਰ ਉਹ ਹਮੇਸ਼ਾ ਆਪਣੇ ਤਕਰੀਬਨ ਹਰ ਗਾਣੇ ਦੇ ਵਿੱਚ ਕਹਿੰਦਾ ਸੀ, ਦਿਲ ਦਾ ਨੀ ਮਾੜਾ ਸਿੱਧੂ ਮੂਸੇਵਾਲਾ। ਖਬਰਾਂ ਪੜ੍ਹਦੇ ਇੱਕ ਵੱਡੀ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਨੇ ਕੈਨੇਡਾ ਰਹਿ ਰਹੇ ਗੈਂਗਸਟਰ ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੇ ਲਈ ਸੀਬੀਆਈ ਨੂੰ ਤਜਵੀਜ਼ ਭੇਜੀ ਹੈ। ਇਹਦੇ ਨਾਲ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੀ ਭਾਰਤ ਹਵਾਲਗੀ ਦਾ ਰਾਹ ਸੌਖਾ ਹੋ ਜਾਊਗਾ। ਇਸ ਗੈਂਗਸਟਰ ਨੇ ਹੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਲਈ ਸੀ। ਜਦੋਂ 29 ਮਈ ਨੂੰ ਕਤਲ ਹੋਇਆ ਸੀ ਤਾਂ ਉਸੇ ਦਿਨ 2 ਘੰਟੇ ਬਾਅਦ, ਕਤਲ ਤੋਂ 2 ਘੰਟੇ ਬਾਅਦ ਗੋਲਡੀ ਬਰਾੜ ਨੇ ਫੇਸਬੁੱਕ ਤੇ ਪੋਸਟ ਪਾਈ ਸੀ ਕਿ ਮੈਂ ਇਸ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ। ਸੋ ਹੁਣ ਪੰਜਾਬ ਪੁਲਿਸ ਨੇ ਸੀਬੀਆਈ ਨੂੰ ਤਜਵੀਜ਼ ਭੇਜੀ ਹੈ। ਦੇਖੋ ਕੀ ਹੁੰਦਾ ਹੈ, ਗੋਲਡੀ ਬਰਾੜ ਨੂੰ ਹਵਾਲਗੀ ਰਾਹੀਂ ਇਧਰ ਲਿਆਂਦਾ ਜਾ ਸਕੂਗਾ ਜਾਂ ਫਿਰ ਨਹੀਂ। ਸਿੱਧੂ ਮੂਸੇਵਾਲੇ ਦੇ ਵੱਡੇ ਕਤਲकांड ਤੋਂ ਬਾਅਦ ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਮੋਹਾਲੀ ਤੋਂ ਇੱਕ ਅਜਿਹੀ ਖਬਰ ਮਿਲੀ ਹੈ ਜਿੱਥੇ ਸੈਕਟਰ 67 ਦੇ ਵਿੱਚ ਇੱਕ ਨੌਜਵਾਨ ਦੀ ਗੱਡੀ ਦੇ ਵਿੱਚ ਪਏ ਹੋਏ ਦੀ ਲਾਸ਼ ਮਿਲੀ ਹੈ। ਉਸ ਨੌਜਵਾਨ ਦੀ ਪੁੜਪੜੀ ਦੇ ਵਿੱਚ ਗੋਲੀ ਵੱਜੀ ਹੋਈ ਹੈ। ਆਪਣੀ ਹੀ ਗੱਡੀ ਦੇ ਵਿੱਚ ਡਰਾਈਵਰ ਸੀਟ ਤੇ ਉਹ ਬੈਠਾ ਹੋਇਆ ਮਿਲਿਆ। ਨੌਜਵਾਨ ਦੀ ਪਛਾਣ 21 ਸਾਲ ਦੇ ਕਰਨਪਾਲ ਸਿੰਘ ਵਜੋਂ ਹੋਈ ਹੈ। ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਸਾਲ ਤੋਂ ਆਪਣੇ ਪਰਿਵਾਰ ਸਮੇਤ ਮੋਹਾਲੀ ਦੇ ਵਿੱਚ ਰਹਿ ਰਿਹਾ ਸੀ। ਉਹ ਆਪਣੇ ਪਿਤਾ ਦੇ ਨਾਲ ਕਾਰਾਂ ਦੀ ਖਰੀਦ ਵੇਚ ਦਾ ਕੰਮ ਕਰਦਾ ਸੀ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਕਰਨਪਾਲ ਦਾ ਮੰਗਲਵਾਰ ਨੂੰ ਜਨਮ ਦਿਨ ਸੀ। ਰਾਤ ਨੂੰ ਆਪਣਾ ਜਨਮ ਦਿਨ ਉਸਨੇ ਮਾਪਿਆਂ ਦੇ ਨਾਲ ਮਨਾਇਆ। ਜਿਵੇਂ ਹੀ ਘਰੇ ਪਹੁੰਚੇ ਤਾਂ ਫਿਰ ਉਹ 10 ਵਜੇ ਦੇ ਕਰੀਬ ਆਪਣੇ ਦੋਸਤਾਂ ਨੂੰ ਮਿਲਣ ਵਾਸਤੇ ਰਵਾਨਾ ਹੋ ਗਿਆ ਕਿਉਂਕਿ ਉਸਨੂੰ ਫੋਨ ਕਾਲ ਆਈ ਸੀ। ਦੋਸਤ ਕਹਿੰਦਾ ਮੇਰੇ ਸੱਦ ਰਹੇ ਨੇ ਤੇ ਉਹਨਾਂ ਦੇ ਨਾਲ ਚਲਾ ਗਿਆ ਤੇ ਉਸ ਤੋਂ ਬਾਅਦ ਉਹਦਾ ਫੋਨ ਵੀ ਆਇਆ ਕਿ ਮੈਂ ਥੋੜਾ ਜਿਹਾ ਹੋਰ ਲੇਟ ਹੋ ਸਕਦਾ ਪਰ ਜੇ ਮੈਂ ਜ਼ਿਆਦਾ ਲੇਟ ਹੋ ਗਿਆ ਤਾਂ ਮੈਂ ਆਪਣੇ ਦੋਸਤ ਦੇ ਘਰੇ ਸੌਂ ਜਾਊਂਗਾ, ਤੁਸੀਂ ਚਿੰਤਾ ਨਾ ਕਰਿਓ। ਰਾਤ ਨੂੰ ਕਹਿੰਦੇ ਨਹੀਂ ਆਇਆ। ਤੜਕੇ ਜਦੋਂ ਉੱਠੇ ਅਸੀਂ ਫਿਰ ਦੇਖਿਆ ਬਾਹਰ ਜਾ ਕੇ ਕਿ ਗੱਡੀ ਤਾਂ ਖੜੀ ਹੈ। ਗੱਡੀ ਦੇ ਵਿੱਚ ਜਦੋਂ ਦੇਖਿਆ ਕਿ ਪੁੱਤ ਵੀ ਗੱਡੀ ਦੇ ਵਿੱਚ ਹੀ ਬੈਠਾ ਹੈ ਕਿ ਸ਼ਾਇਦ ਰਾਤ ਨੂੰ ਗੱਡੀ 'ਚ ਹੀ ਸੌਂ ਗਿਆ ਹੋਣਾ ਕਿ ਘਰਦਿਆਂ ਨੂੰ ਕਾਹਨੂੰ ਡਿਸਟਰਬ ਕਰਨਾ। ਪਰ ਜਦੋਂ ਗੱਡੀ ਖੋਲ ਕੇ ਦੇਖਿਆ ਤਾਂ ਪੁੱਤ ਦੀ ਲਾਸ਼ ਪਈ ਸੀ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਨੇ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਸੱਦ ਲਿਆ। ਡੀਐਸਪੀ ਨੇ ਦੱਸਿਆ ਕਿ ਨੌਜਵਾਨ ਨੇ 32 ਬੋਰ ਦੇ ਦੇਸੀ ਪਿਸਟਲ ਦੇ ਨਾਲ ਗੋਲੀ ਮਾਰੀ ਹੈ। ਹਾਲਾਂਕਿ ਪਰਿਵਾਰ ਨੇ ਕਿਹਾ, ਯਾਨੀ ਕਿ ਜਿਹੜੀ ਪੁਲਿਸ ਹੈ ਉਹ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ ਪਰ ਪਰਿਵਾਰ ਨੇ ਦੱਸਿਆ ਕਿ ਉਹਦੇ ਕੋਲੇ ਤਾਂ ਪਿਸਟਲ ਹੀ ਨਹੀਂ ਸੀ। ਪਿਸਟਲ ਜਦੋਂ ਉਹਦੀ ਨਹੀਂ ਸੀ ਤਾਂ ਫਿਰ ਉਹਨੇ ਕਿੱਥੋਂ ਲਈ, ਕਿਵੇਂ ਗੋਲੀ ਮਾਰ ਲਈ, ਇਹ ਗੱਲ ਹਾਲੇ ਭੇਦ ਬਣੀ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਰਿਵਾਲਵਰ ਲਾਇਸੈਂਸੀ ਹੈ ਸੀ ਜਾਂ ਫਿਰ ਨਹੀਂ। ਕੇਂਦਰ ਸਰਕਾਰ ਨੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਪਰ ਇਹ ਵਾਧਾ ਸੱਚਮੁੱਚ ਕਿਸਾਨਾਂ ਦੇ ਨਾਲ ਮਜ਼ਾਕ ਹੀ ਲੱਗਦਾ ਹੈ ਕਿਉਂਕਿ 100 ਰੁਪਏ ਪ੍ਰਤੀ ਕੁਇੰਟਲ ਹੀ ਵਾਧਾ ਕੀਤਾ ਗਿਆ ਹੈ। ਐਮਐਸਪੀ ਹੁਣ ਵੱਧ ਕੇ 2040 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। 2022-23 ਦੇ ਲਈ ਇਸ ਰੇਟ ਦਾ ਐਲਾਨ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 2014 ਤੋਂ ਪਹਿਲਾਂ 1-2 ਫਸਲਾਂ ਦੀ ਖਰੀਦ ਕੀਤੀ ਜਾਂਦੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਬਾਕੀ ਫਸਲਾਂ ਵੀ ਐਮਐਸਪੀ ਦੇ ਵਿੱਚ ਸ਼ਾਮਿਲ ਹੋ ਗਈਆਂ। ਕਿਸਾਨਾਂ ਦੀ ਆਮਦਨ ਦੇ ਵਿੱਚ ਇਹਦੇ ਨਾਲ ਵਾਧਾ ਹੋਇਆ ਹੈ ਪਰ ਇੱਥੇ ਸਵਾਲ ਉੱਠਦਾ ਹੈ ਕਿ ਜੇ ਕਿਸਾਨਾਂ ਦੀ ਆਮਦਨ ਵਧੀ ਹੈ ਤਾਂ ਕਿਸਾਨ ਐਵੇਂ ਕਾਹਨੂੰ 1.5 ਸਾਲ ਬਾਰਡਰਾਂ ਦੇ ਉੱਤੇ ਬੈਠੇ ਰਹੇ ਤੇ ਹੁਣ ਵੀ ਕਿਸਾਨ ਲਗਾਤਾਰ ਧਰਨੇ ਲਾਈ ਰੱਖਦੇ ਨੇ। ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ 2022-23 ਦੇ ਸਾਉਣੀ ਦੇ ਵਿਕਰੀ ਸੀਜ਼ਨ ਦੇ ਲਈ 14 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ ਹੈ। ਘੱਟੋ ਘੱਟ ਸਮਰਥਨ ਮੁੱਲ ਹੁਣ ਝੋਨੇ ਦਾ 2040 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਇਸ ਦੇ ਨਾਲ ਹੀ ਅਰਹਰ ਦੀ ਦਾਲ ਤੇ ਵੀ 300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਅਰਹਰ ਦਾਲ ਦਾ ਘੱਟੋ ਘੱਟ ਸਮਰਥਨ ਮੁੱਲ ਇਸ ਵਾਰੀ 6600 ਰੁਪਏ ਪ੍ਰਤੀ ਕੁਇੰਟਲ ਤੈਅ ਕਰ ਦਿੱਤਾ ਗਿਆ। ਤਿਲਾਂ ਦੀ ਕੀਮਤ ਦੇ ਵਿੱਚ 523 ਰੁਪਏ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ। ਮੂੰਗੀ ਤੇ 480 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਊਗਾ। ਸੂਰਜਮੁਖੀ ਤੇ 358 ਰੁਪਏ ਪ੍ਰਤੀ ਕੁਇੰਟਲ, ਮੂੰਗਫਲੀ ਤੇ 300 ਰੁਪਏ ਦਾ ਵਾਧਾ ਹੋਏਗਾ ਤੇ ਜਿਹੜੀ ਫਸਲ ਸਭ ਤੋਂ ਵੱਧ ਉਗਾਈ ਜਾਂਦੀ ਹੈ ਝੋਨਾ, ਉਸ ਤੇ ਸਿਰਫ 100 ਰੁਪਏ ਦਾ ਵਾਧਾ ਹੀ ਕੀਤਾ ਗਿਆ। ਪੰਜਾਬ ਦੇ ਲੋਕਾਂ ਦੇ ਲਈ ਇੱਕ ਰਾਹਤ ਭਰੀ ਖਬਰ ਇਹ ਹੈ ਕਿ ਮਾਲ ਵਿਭਾਗ ਦੇ ਸਟਾਫ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਭਰੋਸੇ ਤੋਂ ਬਾਅਦ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਵਿੱਚ ਇਸ ਯੂਨੀਅਨ ਦੇ ਆਗੂਆਂ ਦੇ ਨਾਲ ਮੀਟਿੰਗ ਕੀਤੀ। ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀਆਂ ਮੁਸ਼ਕਿਲਾਂ ਸੁਣੀਆਂ। ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਸਾਰੀਆਂ ਮੰਗਾਂ ਤੇ ਹਮਦਰਦੀ ਦੇ ਨਾਲ ਅਸੀਂ ਵਿਚਾਰ
ਕਰ ਰਹੇ ਹਾਂ, ਸਾਰੀਆਂ ਮੰਗਾਂ ਤੁਹਾਡੀਆਂ ਹੌਲੀ-ਹੌਲੀ ਕਰਕੇ ਮੰਨ ਲਈਆਂ ਜਾਣਗੀਆਂ। ਤੇ ਉਹਨਾਂ ਨੇ ਅਪੀਲ ਕੀਤੀ, ਮੰਤਰੀ ਨੇ ਹੱਥ ਬੰਨ੍ਹ ਕੇ ਬੇਨਤੀ ਹੀ ਕੀਤੀ ਕਿ ਲੋਕਾਂ ਦੇ ਹਿੱਤਾਂ ਦੀ ਖਾਤਰ ਤੁਸੀਂ ਆਪੋ ਆਪਣੀਆਂ ਡਿਊਟੀਆਂ ਹੁਣ ਸਾਂਭ ਲਓ, ਕਿਉਂਕਿ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ। ਸੋ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਖਤਮ ਹੋ ਗਈ ਹੈ। ਕੈਨੇਡਾ ਤੋਂ ਵੱਡੀ ਖਬਰ ਹੈ, ਜਿੱਥੇ ਸਰਕਾਰ ਨੇ ਸੁਪਰ ਵੀਜ਼ਾ ਪ੍ਰੋਗਰਾਮ ਦੇ ਵਿੱਚ ਕਾਫੀ ਬਦਲਾਅ ਕੀਤੇ ਨੇ। ਕੈਨੇਡਾ ਦੇ ਵੱਲੋਂ ਮਾਪਿਆਂ ਤੇ ਦਾਦਾ ਦਾਦੀ ਦੇ ਲਈ ਸੁਪਰ ਵੀਜ਼ਾ ਪ੍ਰੋਗਰਾਮ ਦੇ ਵਿੱਚ ਕੀਤੇ ਬਦਲਾਅ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੀ ਹੋਵੇਗਾ, ਕਿਉਂਕਿ ਜ਼ਿਆਦਾ ਭਾਰਤੀ ਲੋਕ ਉੱਥੇ ਰਹਿੰਦੇ ਨੇ ਤੇ ਉਹਨਾਂ ਦੇ ਮਾਪੇ ਹੀ ਆਪਣੇ ਬੱਚਿਆਂ ਦੇ ਕੋਲ ਜ਼ਿਆਦਾਤਰ ਜਾਂਦੇ ਨੇ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਦੇ ਵੱਲੋਂ ਕੀਤੇ ਗਏ ਐਲਾਨ ਦੇ ਤਹਿਤ, ਬਦਲਾਅ ਵਾਲੇ ਐਲਾਨ ਦੇ ਤਹਿਤ ਕੈਨੇਡਾ ਆਉਣ ਵਾਲੇ ਮਾਤਾ ਪਿਤਾ ਤੇ ਦਾਦਾ ਦਾਦੀ ਹੁਣ ਇੱਥੇ ਪ੍ਰਤੀ ਐਂਟਰੀ 5 ਸਾਲ ਰਹਿ ਸਕਦੇ ਨੇ। ਪਹਿਲਾਂ ਸਿਰਫ ਇੱਕ ਐਂਟਰੀ ਤੇ 2 ਸਾਲ ਰਹਿ ਸਕਦੇ ਸੀ। ਇਹ ਤਬਦੀਲੀਆਂ 4 ਜੁਲਾਈ ਤੋਂ ਲਾਗੂ ਹੋ ਜਾਣਗੀਆਂ। ਕੈਨੇਡਾ ਅੰਤਰਰਾਸ਼ਟਰੀ ਮੈਡੀਕਲ ਬੀਮਾ ਕੰਪਨੀਆਂ ਨੂੰ ਸੁਪਰ ਵੀਜ਼ਾ ਬਿਨੈਕਾਰਾਂ ਨੂੰ ਕਵਰੇਜ ਪ੍ਰਦਾਨ ਕਰਨ ਦੀ ਇਜਾਜ਼ਤ ਵੀ ਦੇਵੇਗਾ। ਸੁਪਰ ਵੀਜ਼ਾ ਪ੍ਰੋਗਰਾਮ 2011 ਦੇ ਵਿੱਚ ਸ਼ੁਰੂ ਹੋਇਆ ਸੀ, ਜਿਸ ਤਹਿਤ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਪ੍ਰਵਾਸੀਆਂ ਯਾਨੀ ਕਿ ਪੀਆਰਜ਼ ਨੂੰ ਆਪਣੇ ਮਾਪਿਆਂ ਤੇ ਦਾਦਾ ਦਾਦੀ ਨੂੰ ਲੰਬੇ ਸਮੇਂ ਦੇ ਲਈ ਕੈਨੇਡਾ ਵਿੱਚ ਆਉਣ ਤੇ ਉਹਨਾਂ ਦੇ ਨਾਲ ਰਹਿਣ ਦੇ ਲਈ ਸਪਾਂਸਰ ਕਰਨ ਦੀ ਇਜਾਜ਼ਤ ਦਿੰਦਾ ਹੈ। ਤੇ ਹੁਣ ਇਹ ਸੁਪਰ ਵੀਜ਼ਾ ਹੋਰ ਵੀ ਜ਼ਿਆਦਾ ਲਾਭਦਾਇਕ ਹੋ ਗਿਆ ਹੈ, ਕਿਉਂਕਿ 2 ਦੀ ਥਾਂ ਪੂਰੇ 5 ਸਾਲ ਕਰ ਦਿੱਤੇ ਗਏ ਨੇ। 5 ਸਾਲ ਇੱਕ ਵੀਜ਼ੇ ਤੇ ਮਾਤਾ ਪਿਤਾ ਤੇ ਦਾਦਾ ਦਾਦੀ ਰਹਿ ਸਕਣਗੇ, ਪਰ ਉਹਨਾਂ ਦੇ ਜਿਹੜੇ ਕੈਨੇਡਾ ਦੇ ਨਾਗਰਿਕ ਹੋ ਚੁੱਕੇ ਨੇ, ਸਿਟੀਜ਼ਨ ਹੋ ਚੁੱਕੇ ਨੇ ਤੇ ਜਿਹੜੇ ਉੱਥੋਂ ਦੇ ਪੱਕੇ ਪ੍ਰਵਾਸੀ ਹੋ ਚੁੱਕੇ ਨੇ ਯਾਨੀ ਕਿ ਪੀਆਰ ਨੇ। ਹੁਣ ਤੱਕ ਇਹ ਮਲਟੀਪਲ ਐਂਟਰੀ ਵੀਜ਼ਾ 10 ਸਾਲਾਂ ਤੱਕ ਵੈਲਿਡ ਹੈ। ਮਾਪਿਆਂ ਤੇ ਦਾਦਾ ਦਾਦੀ ਨੂੰ ਇੱਕ ਸਮੇਂ ਵਿੱਚ ਸਿਰਫ 2 ਸਾਲਾਂ ਲਈ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ, ਪਰ ਹੁਣ ਇਹ 5 ਸਾਲ ਰਹਿਣ ਦੀ ਇਜਾਜ਼ਤ ਦੇਵੇਗਾ। ਪੈਗੰਬਰ ਮੁਹੰਮਦ ਦੇ ਅਪਮਾਨ ਦਾ ਬਦਲਾ ਲੈਣ ਦੇ ਲਈ ਅਲ ਕਾਇਦਾ ਨੇ ਦਿੱਲੀ, ਮੁੰਬਈ, ਯੂਪੀ ਅਤੇ ਗੁਜਰਾਤ ਦੇ ਵਿੱਚ ਆਤਮਘਾਤੀ ਹਮਲਿਆਂ ਦੀ ਚੇਤਾਵਨੀ ਦਿੱਤੀ ਹੈ। ਬੀਜੇਪੀ ਦੀ ਲੀਡਰ ਦੇ ਵੱਲੋਂ ਨੂਪੁਰ ਸ਼ਰਮਾ ਤੇ ਇੱਕ ਹੋਰ ਲੀਡਰ ਦੇ ਵੱਲੋਂ ਜਿਹੜੀਆਂ ਇਸਲਾਮ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਬਹੁਤ ਹੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਨੇ, ਉਹਨਾਂ ਟਿੱਪਣੀਆਂ ਦਾ ਜੋ ਨਤੀਜਾ ਹੈ ਉਹ ਅਸੀਂ ਅੱਜ ਦੇਖ ਰਹੇ ਹਾਂ। ਪੂਰੇ ਭਾਰਤ ਦੀ ਹੇਠੀ ਹੋ ਰਹੀ ਹੈ, ਪੂਰੀ ਦੁਨੀਆ ਦੇ ਵਿੱਚ ਬੇਇੱਜ਼ਤੀ ਕਰਵਾ ਕੇ ਰੱਖ ਦਿੱਤੀ ਹੈ ਇਹਨਾਂ ਦੋਵਾਂ ਦੇ ਨਫ਼ਰਤ ਭਰੇ ਬਿਆਨਾਂ ਨੇ। ਤੇ ਅੱਜ ਹਾਲਾਤ ਇਸ ਕਦਰ ਖਰਾਬ ਹੋ ਗਏ ਨੇ ਕਿ ਅਲ ਕਾਇਦਾ ਨੇ ਆਤਮਘਾਤੀ ਬੰਬ ਧਮਾਕੇ ਕਰਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਅਲ ਕਾਇਦਾ ਇਨ ਇੰਡੀਅਨ ਸਬ ਕੰਟੀਨੈਂਟ, ਜਿਸ ਨੂੰ AQIS ਕਿਹਾ ਜਾਂਦਾ ਹੈ। ਤੇ ਲੋਕ ਇਸ ਪੂਰੇ ਮਸਲੇ ਤੇ ਕਹਿ ਰਹੇ ਨੇ, ਸੋਸ਼ਲ ਮੀਡੀਆ ਤੇ ਨੌਜਵਾਨ ਲਿਖ ਰਹੇ ਨੇ, ਹਿੰਦੂ ਜਗਾਉਣ ਚੱਲੇ ਸੀ, ਅਰਬੀ ਜਗਾ ਲਏ। ਅਗਲਿਆਂ ਨੇ ਪਿਛਲੇ 8 ਸਾਲ ਦਾ ਰਿਕਾਰਡ ਕੱਢ ਲਿਆ, ਜਿਹਦੇ ਵਿੱਚ ਤਕਰੀਬਨ 5200 ਬਿਆਨ ਨੇ ਜੋ ਮੁਸਲਿਮ ਧਰਮ ਦੇ ਖਿਲਾਫ ਦਿੱਤੇ ਹੋਏ ਨੇ। 38 ਲੀਡਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਸਾਡੇ ਦੇਸ਼ ਦੇ ਲੀਡਰ ਕਹਿ ਰਹੇ ਸੀ ਕਿ ਮੈਂ ਦੇਸ਼ ਕੋ ਝੁਕਨੇ ਨਹੀਂ ਦੂੰਗਾ। ਇਹ ਲੋਕਾਂ ਦੇ ਤੰਜ ਨੇ, ਲੋਕ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ। ਅਲ ਕਾਇਦਾ ਦੀ ਇਸ ਧਮਕੀ ਤੋਂ ਬਾਅਦ ਕਾਂਗਰਸ ਨੇ ਵੀ ਬੀਜੇਪੀ ਨੂੰ ਘੇਰਿਆ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਪਿਛਲੇ ਦਿਨੀ ਭਾਰਤ ਨੂੰ ਸ਼ਰਮਿੰਦਗੀ ਉਠਾਉਣੀ ਪਈ ਹੈ, ਬਹੁਤ ਹੀ ਜ਼ਿਆਦਾ ਸ਼ਰਮਸਾਰ ਹੋਣਾ ਪਿਆ ਹੈ। ਦੁਨੀਆ ਭਰ ਦੇ ਵਿੱਚ ਭਾਰਤ ਦੀ ਚੰਗੀ ਛਵੀ ਹੈ, ਪਰ ਪੂਰਾ ਵਿਸ਼ਵ ਹੈਰਾਨ ਰਹਿ ਗਿਆ ਕਿ ਭਾਰਤ ਦੇ ਸੱਤਾਧਾਰੀ ਪਾਰਟੀ ਦੇ ਨਫ਼ਰਤੀ ਚਿਹਰਿਆਂ ਤੇ ਉਹਨਾਂ ਦੇ ਨਫ਼ਰਤ ਭਰੇ ਬਿਆਨਾਂ ਤੋਂ ਅਤੇ ਪ੍ਰਧਾਨ ਮੰਤਰੀ ਦੀ ਚੁੱਪੀ ਤੋਂ ਪੂਰੀ ਦੁਨੀਆ ਹੈਰਾਨ ਹੈ। ਕਈ ਸਾਲਾਂ ਦੀ ਚੁੱਪੀ ਤੋਂ, 8 ਸਾਲਾਂ ਦੀ ਚੁੱਪੀ ਤੋਂ ਗ੍ਰਹਿ ਮੰਤਰੀ ਵੀ ਚੁੱਪ ਨੇ, ਵਿਦੇਸ਼ ਮੰਤਰੀ ਵੀ ਚੁੱਪ ਨੇ। ਪਵਨ ਖੇੜਾ ਨੇ ਕਿਹਾ ਕਿ ਪਿਛਲੇ 7 ਸਾਲਾਂ ਦੇ ਵਿੱਚ ਇਸ ਦੇਸ਼ ਦੇ ਵਿਰੋਧੀ ਧਿਰ ਨੇ, ਬੁੱਧੀਜੀਵੀ ਵਰਗ ਨੇ ਵਾਰ-ਵਾਰ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ, ਇਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਦੇਸ਼ ਹੈ ਜਿਹੜਾ ਉਹ ਵਿਭਿੰਨਤਾ ਵਾਲਾ ਦੇਸ਼ ਹੈ, ਪਰ ਸਾਡੀ ਨਹੀਂ ਸੁਣੀ ਗਈ ਤੇ ਅੱਜ ਨਤੀਜਾ ਤੁਹਾਡੇ ਸਭ ਦੇ ਸਾਹਮਣੇ ਹੈ। ਕੇਂਦਰੀ ਮੰਤਰੀ ਮੁਖਤਾਰ ਅब्बास ਨਕਵੀ ਨੇ ਕਿਹਾ ਕਿ ਅਲ ਕਾਇਦਾ ਮੁਸਲਮਾਨਾਂ ਦੀ ਹਿਫਾਜ਼ਤ ਨਹੀਂ, ਮੁਸੀਬਤ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਲੋਕ ਇਸਲਾਮ ਨੂੰ ਸੁਰੱਖਿਆ ਕਵਚ ਬਣਾ ਕੇ ਇਨਸਾਨੀਅਤ ਨੂੰ ਲਹੂ ਲੁਹਾਨ ਕਰਨਾ ਚਾਹੁੰਦੇ ਨੇ। ਜਿਹੜੇ ਲੋਕ ਪਾਕਿਸਤਾਨ ਦੇ ਪ੍ਰੋਪੇਗੈਂਡਾ ਦੇ ਵਿੱਚ ਫਸ ਰਹੇ ਨੇ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੀ ਅਨੇਕਤਾ ਵਿੱਚ ਏਕਤਾ ਦੀ ਤਾਕਤ ਨੂੰ ਉਹ ਕਮਜ਼ੋਰ ਨਹੀਂ ਕਰ ਸਕਦੇ, ਪਰ ਅਨੇਕਤਾ ਦੇ ਵਿੱਚ ਏਕਤਾ ਦੀ ਤਾਕਤ ਨੂਪੁਰ ਸ਼ਰਮਾ ਨੂੰ ਕਿਉਂ ਨਹੀਂ ਸਮਝ ਆਈ, ਜਿਸਨੇ ਸਾਰੀ ਦੁਨੀਆ 'ਚ ਭਾਰਤ ਦੀ ਬੇਇੱਜ਼ਤੀ ਕਰਵਾ ਰੱਖੀ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਬੋਲੇ ਨੇ, ਖਾੜੀ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਕਹਿੰਦੇ ਸੁਰੱਖਿਅਤ ਨੇ, ਉਹਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੂੰ ਲੱਗਦਾ ਕਿ ਨੂਪੁਰ ਸ਼ਰਮਾ ਦੇ ਬਿਆਨ ਦੇ ਨਾਲ ਕੁਝ ਵੀ ਨਹੀਂ ਹੋਇਆ। ਵਿਦੇਸ਼ਾਂ ਦੇ ਵਿੱਚ ਖਾੜੀ ਮੁਲਕਾਂ ਦੇ ਵਿੱਚ ਰਹਿੰਦੇ ਭਾਰਤੀਆਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ ਸੱਚ ਹੈ ਕਿ ਕਈ ਮੁਲਕਾਂ ਦੇ ਵਿੱਚ ਭਾਰਤੀ ਸਮਾਨ ਦੇ ਬਾਈਕਾਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸਲਾਮਿਕ ਦੇਸ਼ਾਂ ਦੀ ਜਥੇਬੰਦੀ OIC ਨੇ ਵੀ ਇਸ ਮਾਮਲੇ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਕਈ ਮੁਲਕ UN ਦੇ ਦਰਬਾਰ ਜਾ ਕੇ ਖੜੇ ਹੋ ਗਏ ਨੇ। ਇਸ ਮਾਮਲੇ ਤੇ ਸਪਸ਼ਟੀਕਰਨ ਦਿੰਦੇ ਹੋਏ ਆਪਣੀ ਸਰਕਾਰ ਦਾ ਬਚਾਅ ਕਰਦੇ ਹੋਏ ਪੀਯੂਸ਼ ਗੋਇਲ ਨੇ ਕਿਹਾ ਕਿ ਕਿਤੇ ਵੀ ਕੋਈ ਤਣਾਅ ਨਹੀਂ ਹੈ। ਮੈਂ ਨਹੀਂ ਸਮਝਦਾ ਕਿ ਬਿਆਨ ਸਰਕਾਰ ਦੇ ਕਿਸੇ ਵਿਅਕਤੀ ਨੇ ਦਿੱਤਾ ਸੀ, ਜਦਕਿ ਨੂਪੁਰ ਸ਼ਰਮਾ BJP ਦੀ ਬੁਲਾਰਾ ਸੀ, ਇਸ ਲਈ ਕਹਿੰਦੇ ਇਹਦਾ ਸਰਕਾਰ ਤੇ ਕੋਈ ਪ੍ਰਭਾਵ ਨਹੀਂ ਹੈ। ਉਹਨਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਸ ਤੇ ਸਪਸ਼ਟੀਕਰਨ ਦੇ ਦਿੱਤਾ ਹੈ। BJP ਨੇ ਵੀ ਇਸ ਤੇ ਜ਼ਰੂਰੀ ਕਦਮ ਚੁੱਕੇ ਨੇ। ਅਸੀਂ ਦੁਨੀਆ ਦੀ ਅਗਵਾਈ ਕਰਦੇ ਹਾਂ ਤੇ ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ। ਇਹਨਾਂ ਦੇਸ਼ਾਂ ਦੇ ਨਾਲ ਸਾਡੇ ਚੰਗੇ ਰਿਸ਼ਤੇ ਨੇ ਤੇ ਇਹ ਰਿਸ਼ਤੇ ਬਣੇ ਰਹਿਣਗੇ। ਰਾਜ ਸਭਾ ਦੇ ਸਾਂਸਦ ਸੁਬਰਾਮਨੀਅਮ ਸਵਾਮੀ ਨੇ BJP ਤੇ ਨਿਸ਼ਾਨਾ ਸਾਧਿਆ ਹੈ। ਟਵੀਟ ਕੀਤਾ ਹੈ, ਕਹਿੰਦੇ ਮੋਦੀ ਸਰਕਾਰ ਅਰਬ ਮੁਲਕਾਂ ਦੇ ਸਾਹਮਣੇ ਖੜੀ ਹੀ ਨਹੀਂ ਹੋ ਸਕਦੀ। ਭਾਰਤ ਸਰਕਾਰ ਨੇ ਇਜ਼ਰਾਈਲ ਦੇ ਖਿਲਾਫ ਅਤੇ ਅੱਤਵਾਦੀ ਹਮਾਸ ਦੇ ਪੱਖ ਵਿੱਚ ਵੋਟ ਪਾਈ ਸੀ। ਅਫਗਾਨਿਸਤਾਨ ਸੰਕਟ ਦੇ ਵੇਲੇ ਭਾਰਤ ਸਰਕਾਰ ਕਤਰ ਨੂੰ ਗੁਹਾਰ ਲਾ ਰਹੀ ਸੀ ਕਿ ਉਹ ਤਾਲਿਬਾਨ ਦੇ ਨਾਲ ਭਾਰਤ ਨੂੰ ਵੀ ਇੱਕ ਪਾਰਟੀ ਬਣਾਏ। ਦੁਬਈ ਨੂੰ ਕਾਲੇ ਧਨ ਦਾ ਅੱਡਾ ਮੰਨਿਆ ਜਾਂਦਾ ਹੈ ਤੇ ਉਸ ਦਾ BCCI ਤੇ ਕੰਟਰੋਲ ਹੈ। ਹੋਰ ਕੁਝ ਚਾਹੀਦਾ ਤੁਹਾਨੂੰ, ਇਸ ਸਵਾਲ ਪੁੱਛਿਆ ਹੈ ਸੁਬਰਾਮਨੀਅਮ ਨੇ। ਭਾਰਤ ਦੇ ਵਿੱਚ ਮੁਸਲਿਮ ਲੀਡਰ ਅਸਾਉਦੀਨ ਓਵੈਸੀ ਨੇ ਕਿਹਾ ਕਿ ਜਦੋਂ ਆਪਣੇ ਮੁਲਕ ਤੇ ਮੁਸਲਮਾਨ ਇਸ ਮੁੱਦੇ ਤੇ ਆਵਾਜ਼ ਚੁੱਕ ਰਹੇ ਸੀ ਉਦੋਂ ਤਾਂ BJP ਨੇ ਗੱਲ ਹੀ ਨਹੀਂ ਸੁਣੀ, ਅਣਸੁਣੀ ਕਰ ਦਿੱਤੀ। ਓਵੈਸੀ ਨੇ ਮਹਾਰਾਸ਼ਟਰ ਦੇ ਲਾਤੂਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 10 ਦਿਨਾਂ ਬਾਅਦ ਮੋਦੀ ਨੂੰ ਖਿਆਲ ਆਇਆ, ਅਸੀਂ ਬੋਲਦੇ ਰਹੇ ਪਰ ਉਹ ਟਸ ਤੋਂ ਮਸ ਨਹੀਂ ਹੋਏ। ਹਰਕਤ ਵਿੱਚ ਉਦੋਂ ਆਏ ਜਦੋਂ ਕਤਰ, ਬਹਿਰੀਨ, ਸਾਊਦੀ ਅਤੇ UAE ਦੇ ਵਿੱਚ ਕੁਝ ਹੋਇਆ। ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕੁਝ ਹੁੰਦਾ ਹੈ ਉਦੋਂ ਇਹ ਹਰਕਤ ਵਿੱਚ ਆਉਂਦੇ ਨੇ। ਜਦੋਂ ਆਪਣੇ ਮੁਲਕ ਦੇ ਵਿੱਚ ਮੁਸਲਮਾਨ ਬੋਲਦੇ ਨੇ ਉਹਨਾਂ ਨੂੰ ਇਹ ਸੁਣਦੇ ਨਹੀਂ। ਸੋ ਇਹ ਮਸਲਾ ਕਾਫੀ ਵੱਧਦਾ ਜਾ ਰਿਹਾ ਹੈ। BJP ਨੇ ਹਾਲਾਂਕਿ ਸਪਸ਼ਟੀਕਰਨ ਦਿੱਤਾ ਕਿ ਸਾਡੀ ਪਾਰਟੀ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ। ਜਾਂ ਤਾਂ BJP ਕਹਿ ਦੇਵੇ ਕਿ ਇਹ ਸਾਡੇ ਬੁਲਾਰੇ ਨਹੀਂ ਸਨ, ਇਹ ਸਾਡੀ ਪਾਰਟੀ ਨਾਲ ਸੰਬੰਧਿਤ ਨਹੀਂ ਸਨ, ਪਰ ਹੁਣ ਇੰਨਾ ਕਹਿਣ ਦੇ ਨਾਲ ਗੱਲ ਨਹੀਂ ਬਣਦੀ ਦਿਖਾਈ ਦੇ ਰਹੀ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ। ਨੂਪੁਰ ਸ਼ਰਮਾ ਨੂੰ ਸਸਪੈਂਡ ਵੀ ਕਰ ਦਿੱਤਾ ਪਰ ਫਿਰ ਵੀ ਗੱਲ ਨਹੀਂ ਬਣ ਰਹੀ। ਪੂਰੀ ਦੁਨੀਆ ਦੇ ਵਿੱਚ ਅਰਬੀ ਲੋਕਾਂ ਨੂੰ ਹੁਣ ਨੂਪੁਰ ਸ਼ਰਮਾ ਦੇ ਇੱਕ ਨਫ਼ਰਤ ਭਰੇ ਬਿਆਨ ਨੇ ਜਗਾ ਦਿੱਤਾ ਹੈ। ਇਹ ਕਦੋਂ ਸ਼ਾਂਤ ਹੋਣਾ ਮਸਲਾ, ਇਹ ਤਾਂ ਹੁਣ ਭਾਰਤ ਸਰਕਾਰ ਦੇ ਹੱਥ ਵਿੱਚ ਹੈ। ਇਸ ਮਸਲੇ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਬਿਆਨ ਆਇਆ ਹੈ। ਉਹਨਾਂ ਨੇ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਸੰਬੰਧ ਤੋੜਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ BJP ਦੇ ਮੁਅੱਤਲ ਲੀਡਰਾਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਦੇ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਕੀਤੀਆਂ ਟਿੱਪਣੀਆਂ ਦੇ ਕਾਰਨ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਭਾਰਤ ਸਰਕਾਰ ਨਾਲ ਹਰ ਤਰ੍ਹਾਂ ਦੇ ਸੰਬੰਧ ਖਤਮ ਕਰ ਦਿੱਤੇ ਜਾਣ ਤੇ ਇਹਨਾਂ ਟਿੱਪਣੀਆਂ ਦੇ ਵਿਰੁੱਧ ਸਖਤ ਰੁਖ ਅਪਣਾਇਆ ਜਾਵੇ। ਉਹਨਾਂ ਸੁਝਾਅ ਦਿੱਤਾ ਕਿ ਪਾਕਿਸਤਾਨ ਸਰਕਾਰ ਨੂੰ ਵੀ ਅਰਬ ਮੁਲਕਾਂ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸਖਤ ਸਟੈਂਡ ਲੈਣਾ ਚਾਹੀਦਾ ਹੈ। ਭਾਰਤੀ ਉਤਪਾਦਾਂ ਦਾ ਬਾਈਕਾਟ ਵੀ ਕਰਨਾ ਚਾਹੀਦਾ ਹੈ। ਇਹ ਮੰਗ ਹੈ ਜਿਹੜੀ ਉਹ ਸਾਬਕਾ ਪ੍ਰਧਾਨ ਮੰਤਰੀ ਨੇ ਕੀਤੀ ਹੈ। ਹਾਲਾਂਕਿ ਜਦੋਂ ਪ੍ਰਧਾਨ ਮੰਤਰੀ ਨੂੰ ਗੱਦੀਓਂ ਲਾਇਆ ਗਿਆ ਉਹਨਾਂ ਦੇ ਖਿਲਾਫ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਕਈ ਵਾਰੀ ਭਾਰਤ ਦੀ ਤਾਰੀਫ ਕੀਤੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।